ਰੈਸਪੀਰੈਂਟਸ ਦਾ ठीक है जी, ये साडा लाइव सर्वर आ गया। लाइव सर्वर ते आपां आईडी खोल लेने आईजीपी फरीदकोट साहब दी। ਆਪਾਂ ਆਏ ਈਐਮਡੀ ਸੈਕਸ਼ਨ ਦੇ ਵਿੱਚ। ਉਹ ਇੰਪਲੋਇਮੈਂਟ ਮਾਸਟਰ ਡਿਟੇਲ ਹਾਂ ਕਰ ਈਐਮਡੀ ਇੰਪਲੋਇਮੈਂਟ ਡਿਟੇਲ ਇਹ ਤਾਂ ਨਾਮ ਕਿਉਂ ਆਈ ਹੈ ਜੀ ਦੁਬਾਰਾ ਲੋਗਿਨ ਹੋਣਾ ਈਐਮਡੀ ਚ ਉਹਦਾ ਕਿ ਐਰਰ ਆ ਗਿਆ ਨਾ, ਦੁਬਾਰਾ ਕਰਨਾ। ਇਹ ਸੇਮ ਆਪਾਂ ਪ੍ਰੋਸੈਸ ਕਰਨੀ ਹੈ। ਬਹੁਤ ਨਹੀਂ ਬਤਾਏਗਾ ਮੈਨੂੰ ਚੈੱਕ ਕਰ ਲਾਈ ਦੂਜਾ ਬਣਾਉਣਾ ਐਸਪੀਡੀ ਦੀ ਸਾਰੇ ਜਿਹੜੇ ਇਹ ਸੀਟ ਉਹਨੇ ਪਾਈ ਹੁੰਦੀ ਆ ਸੱਟ ਵੀ ਕਰਦੇ ਇਹ ਉਹਨਾਂ ਨੇ ਬਣਾਇਆ ਦਾ ਨਾ ਸਰ ਐਕਸਲ ਚ ਮੇਰੇ ਕਹਿੰਦੇ ਸ਼ੇਅਰ ਕਰਾਂਗੇ ਆਪਾਂ ਇਧਰੋਂ ਆਪਾਂ EMPLOYEE ਬਸ ਜਿਹੜੀ ਅੱਗੇ ਸਾਰੀ ਪ੍ਰੋਸੈਸ ਕੀਤੀ ਹੈ। ਜਿਹੜੇ ਅੱਗੇ ਸਾਰੇ ਆਪਣੇ ਕਹਿ ਰਹੇ ਸੀਗੇ ਸਾਡੇ ਕੋਲ ਆਪਾਂ ਨਹੀਂ ਦੇਖੀ, ਹੁਣ ਜੁਆਇਨ ਕੀਤੀ ਹੈ। ਮੈਂ ਸੇਮ ਪ੍ਰੋਸੈਸ ਜਿਹੜੀ ਹੈ ਲਾਈਵ ਸਰਵਰ ਤੇ ਸੇਮ ਕਰਕੇ ਦੱਸਾਂ ਲੱਗਾ। ਠੀਕ ਹੈ, ਸੇਮ ਤੇ ਆਪਾਂ EMPLOYEE ਤੇ ਆਏ। ਠੀਕ ਹੈ ਜੀ, ਇਹ ਆਫਿਸ ਵਾਲੇ ਸਾਨੂੰ ਬੈਠ ਗਏ ਮੇਰੇ ਫਾਰੇ। ਠੀਕ ਹੈ, ਚਮਕੌਰ ਆਪਾਂ ਸਾਡੇ ਕੋਲ ਦੇਖੋ 14 ਨੰਬਰ ਤੇ ਨਾ ਜਸਪਾਲ ਸਿੰਘ ਹੈ, ਇਹ ਕ੍ਰੀਏਟ ਕਰਕੇ ਦੱਸਣਾ ਤੁਹਾਨੂੰ। ਠੀਕ ਹੈ ਜੀ, ਆਪਾਂ ਇਧਰੋਂ ਕਾਪੀ ਕਰ ਲੈਣਾ। ਜਗਦੀਪ ਸਰ ਕਾਈਂਡਲੀ ਐਕਸਪਲੇਨ ਕੀ ਕਰ ਰਹੇ ਆ ਆਪਾਂ। ਹਾਂਜੀ, ਆਪਾਂ ਮੀਟਿੰਗ ਲੇਟ ਜੁਆਇਨ ਕੀਤੀ ਆ, ਸੌਰੀ ਆਫਿਸ ਦਾ ਕੰਮ ਸੀਗਾ, ਮੈਂ ਇਕੱਲੀ EMPLOYEE ਆ ਹੁਣ ਇੱਥੇ ਆਫਿਸ 'ਚ, ਤਾਂ ਮੈਂ ਮੀਟਿੰਗ ਲੇਟ ਜੁਆਇਨ ਕੀਤੀ। ਹਾਂਜੀ, ਆਪਣਾ ਸਾਰਾ ਜਿਹੜੀ ਪ੍ਰੋਸੈਸ ਹੈ ਕਿ ਜਿਹੜੀ EMD ਕ੍ਰੀਏਟ ਕਰਦੇ ਆਪਾਂ, ਜਿੱਦਾਂ ਅਕਾਊਂਟ ਬਣਾਉਂਦੇ, ਜਿੱਦਾਂ ਤੁਹਾਡਾ ਅਕਾਊਂਟ ਬਣਾਇਆ ਹੈਗਾ ਈ ਆਫਿਸ ਦੇ ਵਿੱਚ। ਠੀਕ ਹੈ, ਇਹ ਜਿਹੜਾ ਈ ਆਫਿਸ ਵਿੱਚ ਕਿਸੇ ਵੀ EMPLOYEE ਨੂੰ ਰਜਿਸਟਰ ਕਰਨਾ ਨਾ, ਆਪਾਂ ਉਹ ਪ੍ਰੋਸੈਸ ਆਪਾਂ ਕਰਦੇ ਪਿਆ EMD ਕ੍ਰੀਏਸ਼ਨ ਦੀ, ਕਿ EMPLOYEE ਦੀ ਮਾਸਟਰ ਡਿਟੇਲ ਕਿੱਦਾਂ ਆਪਾਂ ਆਪਣੇ ਆਫਿਸ ਈ ਆਫਿਸ ਨੂੰ ਰਜਿਸਟਰ ਕਰਕੇ ਬਣਾਉਣੀ। ਮਤਲਬ ਜਿਹੜੀ PPOL ਵਾਲੀ ਸਾਡੀ ਜਿਹੜੀ ਆਈਡੀ ਹੈ ਈ ਆਫਿਸ ਦੀ, ਉਹ ਜਨਰੇਟ ਕਰ ਰਹੇ ਆ। ਹਾਂਜੀ ਹਾਂਜੀ, ਮਤਲਬ ਉਹਦੀ ਸਾਰਾ ਜਿਹੜੀ ਪ੍ਰੋਸੈਸ, ਮਤਲਬ ਕਿ ਇੱਕ ਜਿਹੜਾ EMPLOYEE ਆ ਉਹਦਾ ਜਿਹੜਾ ਬੈਕ ਐਂਡ ਤੇ ਡਾਟਾ ਜਿਹੜਾ ਰਜਿਸਟਰ ਕਰਦੇ ਆਪਾਂ ਕਿੱਦਾਂ ਕਰਦੇ। ਠੀਕ ਹੈ, ਓਕੇ ਠੀਕ ਠੀਕ ਹੈ। ਸਿੱਧਾ ਨਿਊ EMPLOYEE ਤੇ ਆਪਾਂ ਆਏ। ਠੀਕ ਹੈ, ਆਪਾਂ ਕੰਪਲੀਟ ਜਿਹੜੀ ਹੈ ਇਨਫੋਰਮੇਸ਼ਨ ਆਪਾਂ ਇੱਥੇ ਕਲਿੱਕ ਕੀਤਾ। ਠੀਕ ਹੈ ਜੀ, ਸਬਮਿਟ। ਸਾਡੇ ਕੋਲ ਜਿਹੜੀ ਵੀ ਸਾਰੇ ਕ੍ਰੈਡੈਂਸ਼ੀਅਲ ਤੇ ਖੁੱਲ ਜਾਣੇ ਆ। ਠੀਕ ਹੈ, ਜਿਨ੍ਹਾਂ ਨੂੰ ਆਪਾਂ 1 ਬਾਈ 1 ਅੱਗੇ ਮੈਂ ਫਿਲ ਕੀਤਾ ਸੀਗਾ, ਹੁਣ ਵੀ ਸੇਮ ਕਰੂੰਗਾ। ਜਿੱਦਾਂ ਮੇਨ ਤੇ ਪਹਿਲੇ ਫਸਟ ਨੇਮ ਕੀ ਹੈ, ਜਸਪਾਲ ਸਿੰਘ, ਤੇ ਮੈਂ ਉਧਰੋਂ ਕਾਪੀ ਕੀਤਾ ਸੀ, ਸਿੰਪਲੀ ਆਪਾਂ ਤੇ ਪੇਸਟ ਕਰਤਾ। ਠੀਕ ਹੈ, ਫਿਰ ਉਹਨਾਂ ਦਾ EMPLOYEE ਕੋਡ। ਠੀਕ ਹੈ, ਸੇਮ ਆਪਣੇ ਕੋਲ ਸ਼ੀਟ ਖੁੱਲੀ ਹੋਣੀ ਹੈ, ਸੀਟ ਤੁਹਾਨੂੰ ਮਿਲ ਜਾਏਗੀ। ਠੀਕ ਹੈ, ਜੇ ਤੁਸੀਂ ਖੁਦ ਬਣਾ ਲਗੋ ਵੈਲ ਐਂਡ ਗੁੱਡ ਹੈ, ਜੇ ਨਹੀਂ ਤਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਉਹ ਸੀਟ ਪ੍ਰੋਵਾਈਡ ਕਰ ਦਿਆ ਕਰਾਂਗੇ। ਠੀਕ ਹੈ, ਉਹਦਾ ਕੀ ਹੈ। ਠੀਕ ਹੈ, ਆਪਾਂ ਬੈਲਟ ਨੰਬਰ ਜਿਹੜੇ ਤੇ ਸਾਡੇ ਐਗਜ਼ੈਕਟਿਵ ਸਟਾਫ ਨੇ ਉਹ ਬੈਲਟ ਨੰਬਰ 'ਚ ਪਾਏ ਜਾਣਗੇ। ਜਿਨ੍ਹਾਂ ਦਾ ਬੈਲਟ ਨੰਬਰ ਨਹੀਂ ਹੁੰਦਾ ਉਹਨਾਂ ਨੂੰ ਆਪਾਂ ਆਈਡੀ ਕਾਰਡ ਪਾ ਦਿੰਦੇ ਹਾਂ। ਠੀਕ ਹੈ, ਜਦ ਤੱਕ ਬੈਲਟ ਨੰਬਰ ਜਾਂ ਆਈਡੀ ਕੋਈ ਵੀ ਤੁਸੀਂ ਪਾ ਸਕਦੇ ਹੋ। ਠੀਕ ਹੈ ਜੀ, ਠੀਕ ਹੈ ਜੀ। ਨੈਕਸਟ ਉਹਨਾਂ ਦੀ ਆ ਜਾਂਦੀ ਹੈ ਡੇਟ ਆਫ ਬਰਥ, ਉਹ ਵੀ ਆਪਾਂ ਇੱਥੋਂ ਦੇਖ ਲਾਂਗੇ। ਠੀਕ ਹੈ, ਡੇਟ ਆਫ ਬਰਥ ਕੀ ਹੈਗੀ ਹੈ 22/8/1968 ਹੈਗੀ ਹੈ। ਇਹ ਮੈਨੂਅਲੀ ਹੀ ਸਾਡੇ ਕੋਲ ਰਜਿਸਟਰ ਹੋਣੀ ਵਿੱਚ। ਠੀਕ ਹੈ ਜੀ, ਇਹ ਵੀ ਕੰਮ ਆਪਣੇ ਕੋਲ ਰੇਟ ਜ਼ਿਆਦਾ ਹੋਇਆ ਨਾ CCNT ਵਾਲਾ ਸਿੰਪਲੀ ਜਿੱਦਾਂ ਆਪਾਂ ਕੋਈ ਫਾਰਮ ਭਰਦੇ ਆ ਆਪਾਂ ਉਦਾਂ ਹੀ ਇਹਨੂੰ ਫਿਲ ਕਰਨਾ ਬਸ ਭਾਈ। ਠੀਕ ਹੈ ਜੀ, 22/8/1968 ਹੈਗੀ ਹੈ। ਇਹਨਾਂ ਦੀ ਸੁਪਰਨੇਸ਼ਨ ਦੀ ਡੇਟ ਉਹਨੇ ਆਪਣੇ ਆਪ ਚੱਕ ਲੈਣੀ ਹੈਗੀ ਹੈ। ਠੀਕ ਹੈ, ਉਹਨਾਂ ਨੇ ਆਪਣੇ ਆਪ ਵਿੱਚ ਜਿੰਨੇ ਵੀ 60 ਵੀ ਹੈਗੇ ਆਪਣਾ ਐਡ ਕਰ ਲੈਣੇ ਆ। ਜੇ ਆਪਾਂ ਘਟਾਣੇ ਹੋਵੇ ਤਾਂ ਆਪਾਂ ਘਟਾ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਜਨਰਲ ਉਹਨਾਂ ਦਾ ਕੀ ਜੈਂਡਰ ਕੀ ਹੈਗਾ, ਮੇਲ ਫੀਮੇਲ। ਠੀਕ ਹੈ, ਆਪਾਂ ਉਹ ਦੇਖ ਲੈਣਾ। ਜਿਹੜੇ ਮੈਂਡੇਟਰੀ ਆਪਾਂ ਉਹ ਹੀ ਫਿਲ ਕਰਨੇ ਨੇ। ਫਿਰ ਅਪਲੈਸ਼ਨ ਹੈਗੇ। ਠੀਕ ਹੈ, ਉਹ ਕੀ ਹੈ ਮਿਸਟਰ ਮਿਸਿਸ ਜੋ ਵੀ ਹੈਗੇ। ਠੀਕ ਹੈ, ਆਪਾਂ ਉਹਨਾਂ ਨੂੰ ਫਿਲ ਕਰ ਲੈਣਾ। ਠੀਕ ਹੈ, ਨੈਕਸਟ ਉਹਨਾਂ ਦਾ ਕੀ ਆ ਜਾਂਦਾ
ਠੀਕ ਹੈ। ਮੋਬਾਈਲ ਨੰਬਰ ਜਿਹੜਾ ਮੈਂਡੇਟਰੀ ਨਹੀਂ ਹੈਗਾ, ਬਟ ਫਿਰ ਵੀ ਆਪਾਂ ਫਿਲ ਕਰਨਾ ਇਹਦੇ ਵਿੱਚ। ਇਨ ਫਿਊਚਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦਾ ਮੋਬਾਈਲ ਨੰਬਰ ਕੀ, ਜੇ ਆਪਾਂ ਕੋਈ ਕੰਸਰਨ ਕਰਨਾ ਹੋਏ ਕਿਸੇ ਨਾਲ, ਠੀਕ ਹੈ ਜੀ, ਸਭ ਤੋਂ ਪਤਾ ਲੱਗ ਜਾਂਦਾ। ਠੀਕ ਹੈ ਜੀ, ਆਪਾਂ ਇਹਨੂੰ ਕਾਪੀ ਕਰ ਲੈਣਾ। ਨੈਕਸਟ ਉਹਨਾਂ ਦੀ ਆਈਡੀ ਆਏਗੀ ਹੈ, ਠੀਕ ਹੈ। ਜਿਹੜੀ ਆਪਾਂ .ppo ਵਾਲੀ ਆਈਡੀ ਇੱਥੇ ਨਹੀਂ ਪਾਣੀ, ਇਹ ਵੀ ਰਜਿਸਟਰ ਹੋਣੀ ਤੁਹਾਡੇ ਕੋਲ ਮਿਲਣੀ ਹੈ। ਇਹ ਨਹੀਂ ਪਾਣੀ ਆਪਾਂ ਇੱਥੇ, ਜਿਹੜੀ ਉਹਨਾਂ ਦੀ ਆਫਿਸ ਜੀਮੇਲ ਜਿੱਦਾਂ ਜਿਹੜੀ ਬਣੀ ਹੈ ਮੇਲ ਆਈਡੀ ਜਿਹੜੀ, ਉਹ ਆਪਾਂ ਇੱਥੇ ਪਾਣੀ ਹੈ, ਠੀਕ ਹੈ ਜੀ। ਕੀਤੀ ਇੱਧਰ ਉਹਨਾਂ ਨੇ ਲੋਗਿਨ ਆਪਣੀ ਆਪਣੇ ਆਪ ਬਣਾ ਦੇਣੀ ਹੈ, ਬਟ ਨਹੀਂ, ਜਿਹੜੀ ਆਪਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰਾਂਗੇ ਤੁਸੀਂ ਉਹ ਹੀ ਇੱਥੇ ਪਾਣੀ ਹੈ, ਠੀਕ ਹੈ। ਇਹਦੀ ਇੱਥੇ ਬਣਾ ਲਈ ਉਹਨੇ ਆਪਣੇ ਆਪ ਜਸਪਾਲ.ਸਿੰਘ25, ਬਟ ਆਪਾਂ ਇਹ ਨਹੀਂ ਪਾਣੀ। ਆਪਾਂ ਦੇਖੋ ਕੀ ਬਣਾਈ ਹੈ, jspal.s25.ppol, ਠੀਕ ਹੈ। jspal.s25, ਠੀਕ ਹੈ ਜੀ। ਨਾਲ ਆਪਾਂ ਕੀ ਲਾ ਦੇਣਾ ਤੇ pp.ppol, ਠੀਕ ਹੈ ਜੀ। ਠੀਕ ਹੈ, ਉਸ ਤੋਂ ਬਾਅਦ ਆਪਾਂ ਕੁਛ ਨਹੀਂ ਭਰਨਾ ਇਹਦੇ ਵਿੱਚ, ਠੀਕ ਹੈ। ਪਰਮਾਨੈਂਟ ਐਡਰੈਸ ਸਾਰਾ ਇਹਦੇ ਅੱਗੇ ਪਰਮਾਨੈਂਟ ਐਡਰੈਸ ਆ ਜਾਂਦਾ, ਪ੍ਰੈਜ਼ੈਂਟ ਐਡਰੈਸ ਆ ਜਾਂਦਾ। ਇਹ ਆਪਾਂ ਸਿੱਧੇ ਜਿਹੜੇ ਮੈਂਡੇਟਰੀ ਆਪਾਂ ਉਹੀ ਫਿਲਨੇ, ਦੇਖੋ ਡੈਜਿਗਨੇਸ਼ਨ ਆ ਗਿਆ, ਆਪਾਂ ਡੈਜਿਗਨੇਸ਼ਨ ਹੀ ਫਿਲ ਕਰਨਾ। ਉਹ PPL ਸਟੈਂਡ ਫॉर ਪੰਜਾਬ ਪੁਲਿਸ। ਇਹ ਸਹੀ ਸਾਡੇ ਕੋਲ ਆकर ਸਾਰੀਆਂ ਰਜਿਸਟਰਡ ਨੇ ਪੋਸਟਾਂ ਡੈਜਿਗਨੇਸ਼ਨ। ਆਪਾਂ ਦੇਖ ਲਓ ਜਿਹੜਾ ਲਾਈਵ ਸਰਵਰ ਤੇ ਸਭ ਕੁਝ ਰਜਿਸਟਰਡ ਹੈਗਾ, ਠੀਕ ਹੈ। ਇਸ ਸਹੀ ਅੱਲਾ ਪੜਨਾ, ਠੀਕ ਹੈ। ਫਿਰ ਉਹਦੀ ਹੈ ਕੀ ਹੈ ਡੇਟ ਆਫ ਠੀਕ ਹੈ। ਨਹੀਂ ਕਰੰਟ ਪੋਸਟਿੰਗ ਪਾਣੀ ਤੇ, ਠੀਕ ਹੈ। ਜਿਸ ਜਿਹੜਾ ਡੈਜਿਗਨੇਸ਼ਨ ਹੈ, ਜਿਹਦਾ ASILR ਹੈ, ਉਹ ਕਿਸ ਡੈਜਿਗਨੇਸ਼ਨ ਤੇ ਆਇਆ, ਠੀਕ ਹੈ। ਆਪਾਂ ਉਹ ਚੀਜ਼ ਪਾ ਲੈਣੀ, ਉਹਦੀ ਡੇਟ ਆਫ ਜਿਹੜੀ ਹੈ ਕਰੰਟ ਪੋਸਟਿੰਗ ਜਿਹੜੀ ਹੈ 8/7/20 ਜਿਹੜੀ ਬਣਦੀ ਪਈ ਹੈ, ਠੀਕ ਹੈ। 8/7/20 ਪੜੀ ਇੱਥੇ, ਠੀਕ ਹੈ ਜੀ, ਜਿਹੜੀ ਉਹਦੀ ਕਰੰਟ ਪੋਸਟਿੰਗ ਹੈਗੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਰ ਦੇਣਾ, ਸਬਮਿਟ, ਠੀਕ ਹੈ। ਸਬਮਿਟ ਕਰਾਂਗੇ ਤੇ ਸਾਡਾ ਉਹ ਜਿਹੜਾ ਡਾਟਾ ਜਿਹੜਾ ਹੋ ਜਾਏਗਾ ਫਿਲ ਹੋਇਆ। ਪਰ ਇਹ ਬੰਦਾ ਨਾ ਆਲਰੇਡੀ ਮੈਂ ਬਣਾ ਚੁੱਕਾ ਵਾ, ਠੀਕ ਹੈ ਜੀ। ਇੱਥੇ ਹੀ ਸਬਮਿਟ ਕਰਨਾ ਤੇ ਸਾਡੇ ਕੋਲ EMPLOYEE ਕ੍ਰੀਏਟ ਹੋ ਜਾਣਾ। ਕੋਈ ਵੀ ਜਿੱਦਾਂ EMPLOYEE ਸਾਡੇ ਕੋਲ ਆ ਜਾਂਦਾ, ਸਿੰਪਲੀ ਕਿ ਉਹਦੇ ਕ੍ਰੈਡੈਂਸ਼ੀਅਲ ਫਿਲ ਕਰਨੇ ਨੇ ਆਪਾਂ, ਠੀਕ ਹੈ। ਉਹ ਕ੍ਰੈਡੈਂਸ਼ੀਅਲ ਕਿਹੜੇ ਕਿਹੜੇ ਨੇ, ਜਿੱਦਾਂ ਉਹਦਾ ਨਾਮ ਹੈ, ਲਾਸਟ ਨੇਮ ਹੈ, ਠੀਕ ਹੈ। ਜਿੱਦਾਂ ਮਤਲਬ ਕਿ ਇੱਥੇ ਜਸਪਾਲ ਸਿੰਘ ਪਹਿਲੇ ਨੰਬਰ ਤੇ ਉਹਨੂੰ ਸਰਚ ਕਰਾਂਗੇ ਇੱਥੇ, ਠੀਕ ਹੈ। ਜਸਪਾਲ ਸਿੰਘ ਨੂੰ ਸਰਚ ਕੀਤਾ, ਸਾਡੇ ਕੋਲ ਜਿੰਨੇ ਵੀ ਜਸਪਾਲ ਸਿੰਘ ਹੋਣਗੇ ਉਹ ਸਾਡੇ ਕੋਲ ਸ਼ੋ ਹੋਣਗੇ, ਠੀਕ ਹੈ ਜੀ। ਜਿੰਨੇ ਵੀ ਜਸਪਾਲ ਸਾਡੇ ਕੋਲ ਹੋਣਗੇ ਸਾਡੇ ਕੋਲ ਤੋਂ ਸ਼ੋ ਹੋ ਜਾਣਗੇ, ਠੀਕ ਹੈ। ਮੇਰੇ ਕੋਲ ASI ਵਾਲਾ ਭਰਾਇਆ ਸੀਗਾ ਮੈਂ 800-600 ਕਰਨੇ, ਉਹ ਅਸੀਂ ਉਹਦਾ ਕੀ EMPLOYEE ਕੋਡ ਸੀਗਾ, ਜਸਪਾਲ ਸਿੰਘ ਉਹਦਾ ਨਾਮ ਆ, ਡੈਜਿਗਨੇਸ਼ਨ ਦੀ ਪਾਈ ਸੀ SIL, ਸਾਡੇ ਕੋਲ ਸ਼ੋ ਹੋ ਗਿਆ। ਹੁਣ ਇਹਨੂੰ ਜਿਹੜੀ ਮਤਲਬ ਕਿਹੜੀ ਪੋਸਟ ਤੇ ਕੰਮ ਕਰਦਾ ਪਿਆ, ਆਪਾਂ ਉਹਦੀ ਉਹ ਪੋਸਟ ਇਹਨੂੰ ਸਾਈਨ ਕਰਨੀ, ਠੀਕ ਹੈ। ਦੇਖੋ ASI ਕੀ ਹੋ ਗਿਆ ਨਾ ਡੈਜਿਗਨੇਸ਼ਨ, ਉਹਨੂੰ ਪੋਸਟ ਤਾਂ ਕੋਈ ਜੇ ਉਹ ਆਫਿਸ ਦੇ ਵਿੱਚ ਕੰਮ ਕਰਦਾ ਉਹਨੂੰ ਕੋਈ ਆਫਿਸ ਵਿੱਚ ਕੋਈ ਪੋਸਟ ਦਿੱਤੀ ਹੋਏਗੀ, ਜਾਂ ਡੀਲਿੰਗ ਹੈਡ 1 ਬਣਾਇਆ ਹੋਏਗਾ, ਠੀਕ ਹੈ ਜੀ, ਜਾਂ ਡੀਲਿੰਗ ਹੈਡ 2 ਬਣਾਇਆ ਹੋਏਗਾ, ਜਾਂ ਬਣਾਇਆ ਹੋਏਗਾ ਜਿਹੜਾ ਕੀ ਕਹਿੰਦੇ ਅਕਾਊਂਟਸ ਵਿੱਚ ਅਕਾਊਂਟੈਂਟ ਬਣਾਇਆ ਹੋਏਗਾ, ਕਿਤੇ ਜਾਂ ਕਿਤੇ ਇੰਚਾਰਜ ਲਾਇਆ ਹੋਏਗਾ, ਹੈ ਨਾ, ਠੀਕ ਹੈ। ਜਿੱਦਾਂ CCTV ਇੰਚਾਰਜ ਲਾ ਜਿੰਨੇ ਪੋਸਟ ਬਣ ਜਾਂਦੀ ਹੈ, ਇੱਦਾਂ ਉਹ ਪੋਸਟ 5 ਦੇਣੀਆਂ, ਠੀਕ ਹੈ। ਕਿਹੜੀ ਪੋਸਟ ਤੇ ਆ, ਜਿੱਦਾਂ ਇੱਥੇ ਹੁਣ ਜਸਪਾਲ ਸਿੰਘ ਹੈ, ਇਹਦੀ ਸਾਡੇ ਕੋਲ ਪੋਸਟ ਆਈ ਹੋਏਗੀ, ਆਪਾਂ ਉਹੀ ਪੋਸਟ ਤੇ ਪਾ ਦੇਣੀ ਹੈ, ਠੀਕ ਹੈ। ਦੇਖੋ ਇਹਨਾਂ ਦੀ ਪੋਸਟ ਕੀ ਆਈ ਸਾਡੇ ਕੋਲ, ਨੈਬ ਰੀਡਰ ST, ਠੀਕ ਹੈ। ਆਪਾਂ ਜਿਹੜੀ ਇਹਦੇ ਵਿੱਚ ਪਾਣੀ ਹੈ ਉਹ ਵੀ ਪਾਣੀ ਹੈ ਨੈਬ ਰੀਡਰ, ਕਿਉਂਕਿ ਨੈਬ ਰੀਡਰ ਦੀ ਪੋਸਟ ਹੈ। ਪੋਸਟ ਕਿਹੜੀ ਹੈ, ਨੈਬ ਰੀਡਰ ਦੀ, ਠੀਕ ਹੈ ਜੀ। ਆਪਾਂ ਇੱਥੋਂ ਪਿਕ ਕਰ ਲੈਣਾ ਨੈਬ ਰੀਡਰ, ਠੀਕ ਹੈ। ਇਹ ਸਭ ਕੁਝ ਸਾਡਾ ਐਡ ਹੋਇਆ ਵਿੱਚ, ਠੀਕ ਹੈ। ਫਿਰ ਉਹਦੀ ਮਾਰਕਿੰਗ ਐਪਲੀਕੇਸ਼ਨ ਅੱਗੇ ਆ ਗਈ, ਠੀਕ ਹੈ। ਉਹ ਵੀ ਸੀਟ ਦੇ ਵਿੱਚ ਅਵੇਲੇਬਲ ਹੈਗੀ ਹੈ, ਮੈਂ ਤੁਹਾਨੂੰ ਦੱਸਿਆ ਜੀ ਉਹ ਬਣਾਉਣੀ ਵੀ ਕਿੱਦਾਂ, ਜੇਕਰ ਬਣਾਉਣੀ ਹੈ ਤੇ ਕਿਸ ਤਰ੍ਹਾਂ ਬਣਾਉਣੀ ਹੈ, ਠੀਕ ਹੈ। ਇਹ ਵੀ ਉਹਦੀ ਮਾਰਕਿੰਗ ਐਪਲੀਕੇਸ਼ਨ ਆ ਗਈ, ਠੀਕ ਹੈ ਜੀ।
ਇਹ ਵੀ ਆਪਾਂ ਤੋਂ ਕਾਪੀ ਕਰ ਲੈਣੀ ਹੈ। ਦੇਖੋ ਨੈਬ ਰੀਡਰ, ਫਿਰ ਉਹਦਾ ਕੀ ਹੈ 2 ਅੱਖਰ ਉਹਦਾ ਨਾਂ ਆ, ਠੀਕ ਹੈ। ਫਿਰ ਉਹਦਾ ਕੀ ਆਰਗੇਨਾਈਜੇਸ਼ਨ ਯੂਨਿਟ, ਦੇਖੋ ਨਾ SP PBI DPO ਫਰੀਦਕੋਟ ਵਿੱਚ, ਵੇਖੋ ਲੱਗ ਗਿਆ ਨਾ ਤਾਂ ਪਤਾ ਕਿ ਜਿਹੜੀ ਉਹ ਆਰਗੇਨਾਈਜੇਸ਼ਨ ਯੂਨਿਟ ਕੀ ਚੀਜ਼ ਹੈ, ਕਿ ਹਰ ਇੱਕ ਦੇ ਨਾਲ ਉਹਦੀ ਆਰਗੇਨਾਈਜੇਸ਼ਨ ਲੱਗਣੀ ਹੈ ਕਿ ਇਹ ਬੰਦਾ ਨੈਬ ਰੀਡਰ ਕਿੱਥੇ ਲੱਗਾ, SP ਹੈੱਡਕੁਆਟਰ PBI DPO ਫਰੀਦਕੋਟ। ਇਦਾਂ ਜੇ ਮਤਲਬ ਕਿ SSP ਫਿਰੋਜ਼ਪੁਰ ਦਾ ਨੈਬ ਰੀਡਰ ਹੁੰਦਾ ਤੇ ਉਹਦੇ ਪਿੱਛੇ ਆਰਗੇਨਾਈਜੇਸ਼ਨ ਕੀ ਲੱਗ ਜਾਣੀ ਸੀ, ਹਾਈਫਨ ਆਫਿਸ ਆਫ SP PBI ਫਰੀਦਕੋਟ, ਠੀਕ ਹੈ, ਫਿਰੋਜ਼ਪੁਰ। ਇਦਾਂ ਇੱਥੋਂ ਕਾਪੀ ਕਰ ਲਈ ਆਪਾਂ, ਇਦਾਂ ਹੀ ਆਪਾਂ ਉਹ 'ਚ ਪੇਸਟ ਕਰ ਦੇਣੀ, ਠੀਕ ਹੈ। ਦੇਖੋ ਪਹਿਲੇ ਨੰਬਰ ਤੇ ਕੀ ਉਹਦੀ ਪੋਸਟ ਆ ਗਈ, ਠੀਕ ਹੈ। ਫਿਰ ਉਹਦਾ 2 ਅੱਖਰਾਂ ਦਾ ਨਾਮ ਆ ਗਿਆ, ਠੀਕ ਹੈ। ਫਿਰ ਉਹਦੀ ਆਫਿਸ ਆਰਗੇਨਾਈਜੇਸ਼ਨ ਆ ਗਈ, ਠੀਕ ਹੈ। ਦੈਨ ਆਪਣੀ ਡੇਟ, ਕਿਹੜੀ ਡੇਟ ਤੋਂ ਆਪਾਂ ਨੂੰ ਦੈਨ ਕੀ ਆ ਗਿਆ ਆਰਗੇਨਾਈਜੇਸ਼ਨ, ਠੀਕ ਹੈ। ਉਹ ਮਾਰਕੀ ਐਪਲੀਕੇਸ਼ਨ ਹੀ ਆਰਗੇਨਾਈਜੇਸ਼ਨ ਨਹੀਂ, ਆਪਾਂ ਇਦਾਂ ਦੀ ਇਹੋ ਹੀ ਸਿਲੈਕਟ ਕਰਨੀ ਹੈ ਜਿੱਦਾਂ SP PBI, ਦੇਖੋ ਸਰ ਹੁਣ ਇੱਥੇ ਪਤਾ ਲੱਗ ਗਿਆ ਕਿ ਇਹਦੀ ਆਰਗੇਨਾਈਜੇਸ਼ਨ ਨਹੀਂ ਬਣੀ ਹੈ, SP ਜਿਹੜੀ ਹੈ ਇਹਦੇ ਵਿੱਚ ਅਸੀਂ ਰਜਿਸਟਰਡ ਨਹੀਂ ਕੀਤੀ, ਇਹਨੂੰ ਮੈਂ ਰਜਿਸਟਰ ਕਰਕੇ ਦੱਸਾਂ ਤੁਹਾਨੂੰ ਕਿ ਜੇ ਮੰਨ ਲਓ ਇਦਾਂ ਘਰੇ ਪ੍ਰੋਬਲਮ ਆ ਜਾਂਦੀ ਹੈ ਤੇ ਆਪਾਂ ਇਹਨੂੰ ਕਿੱਦਾਂ ਰਜਿਸਟਰ ਕਰਨਾ, ਠੀਕ ਹੈ ਜੀ। ਆਰਗੇਨਾਈਜੇਸ਼ਨ ਵਿੱਚ ਗਏ, ਅੱਗੇ ਤੁਹਾਨੂੰ ਸਟਾਰਟਿੰਗ ਤੇ ਬਣਾ ਦੱਸਿਆ ਸੀ, ਆਰਗੇਨਾਈਜੇਸ਼ਨ ਯੂਨਿਟ ਤੇ ਆਏ, ਠੀਕ ਹੈ। ਇੱਧਰ ਮੈਂ ਆਰਗੇਨਾਈਜੇਸ਼ਨ ਦੀ ਕਾਪੀ ਕਰ ਲਈ, ठीक है। एड ऑर्गेनाइजेशन, ठीक है। सेम प्रोसेस वही जी मैं खत्म कर गई सी, ठीक है। फिर आप इत्थे की पहले नंबर ते की पालिया सी, ऑर्गेनाइजेशन ने पालिया सीगा, ठीक है। उसदी डिस्क्रिप्शन च भी सेम जी आप ऑर्गेनाइजेशन बनाई वो पाली सी, कोड ਦੇ ਵਿੱਚ ਸਾਨੂੰ ਖੁਦ ਟਾਈਪ ਕਰਨੀ ਪਏਗੀ, ਆਪਾਂ ਛੋਟਾ ਵੱਡਾ ਵੀ ਕਰ ਸਕਦੇ ਕੋਡ ਨੂੰ, ਠੀਕ ਹੈ ਜੀ। ਆਫਿਸ ਆਫ SP PBI .DPO ਫਰੀਦਕੋਟ, फिर वो एंटिटी एक ही चीज़ है, क्योंकि ऑफिस बनाना है ना, देखो हम बना लगे ऑफिस बना लगे कि ऑफिस ऑफ कहता है SP PBI का, ठीक है। इतने की फिर एंटिटी की हो जाएगी ਉਹਦੀ ऑफिस, जे आप ब्रांच बनाते इंग्लिश ब्रांच बनाते तो ब्रांच होनी सी, ठीक है। आप इतने कर लेने ऑफिस, ठीक है जी। फिर वो पेरेंट ऑर्गेनाइजेशन पानी है, ठीक है। वो पेरेंट ऑर्गेनाइजेशन की होगी SP, ठीक है। SSP सब थले आएगा ना, देखो हम इतने क्लीयर हो गया तुहानू कि ਜਿਹੜੀ SP PBI है, ठीक है, फरीदकोट का उन्हों की पेरेंट ऑर्गेनाइजेशन की बनेगी, उन्होंने SSP साजिद को ऑफिस ऑफ SSP DPO फरीदकोट, ये उन्होंने पेरेंट्स आएगी। ये नोट कर लो, एक वन स्टैप आप ऊपर पानी है, ठीक है। सेव देखो साडा डाटा की है सक्सैसफुली सेव हो गया। जे आप उन्होंने सर्च भी करना हो आप इतों सर्च भी कर सकते हैं, इधर हमने पाई है SP PBI, ठीक है, DPO फरीदकोट। आ देखो साडे को आ गई। इज इट क्लियर सर कि ऑर्गेनाइजेशन कितना बनानी है, आप और यूनिट कितना बनाने हैं, ये क्लियर? हां जी मैडम देखो ऑर्गेनाइजेशन यूनिट नु ये जे मैं सर्च करना है, मैं लिखन लग गई सी, इधर मेरा रह गया, सॉरी। ਕਿੱਥੋਂ ਪੁੱਛ एम्प्लॉय अपना क्रिएट हो गया सी, उस तो बाद ਆਪਾਂ ਕੀ ਕਰਨਾ ਸੀਗਾ, ਪੋਸਟ ਅਸਾਈਨ ਕਰਨੀ ਸੀ। देखो दो काम ने, मैं कि एम्प्लॉय क्रिएट कर लेना, एम्प्लॉय क्रिएट करने तो बाद ਉਹਦੀ ਪੋਸਟ ਅਸਾਈਨ ਕਰ ਦੇਣੀ ਹੈ, ठीक है। थर्ड वन ਦੇ ਰੋਲ ਨੇ, ਉਹ ਰੋਲ ਤੁਹਾਨੂੰ ਦੱਸਣਾ ਕਿੱਦਾਂ ਲੈਣੇ ਆ, ठीक है। ਜਿੱਦਾਂ ਜਸਪਾਲ ਸਿੰਘ ਆਪਾਂ ਕੀਤਾ ਸੀਗਾ, ਜਸਪਾਲ ਸਿੰਘ ਮੈਂ ਲੱਭਿਆ, ਸਰਚ ਕਰ ਲਿਆ, ठीक है। ਆ ਦੇਖੋ ਸਾਡੇ ਕੋਲ ਜਸਪਾਲ ਸਿੰਘ ਆਏਗਾ, ਉਹਨਾਂ ਦੀ ਪੋਸਟ ਕੀ ਸੀ, ठीक है। ਉਹ ਪਹਿਲਾਂ ਪਾਉਣੀ ਆਪਾਂ, ਸਾਨੂੰ ਕੀ ਮਿਲਿਆ ਸੀ ਨੈਪ ਰੀਡਰ,
ਠੀਕ ਹੈ ਨੈਬ ਰੀਡਰ ਠੀਕ ਹੈ ਨੈਬ ਰੀਡਰ ਦੀ ਉਹਦੀ ਪੋਸਟ ਵਾਲੀ ਠੀਕ ਹੈ ਫਿਰ ਉਹਦੀ ਮਾਰਕਿੰਗ ਐਪਲੀਕੇਸ਼ਨ ਹੈ ਉਹ ਆਪਾਂ ਕਾਪੀ ਕਰ ਲੈਣੀ ਹੈ ਠੀਕ ਹੈ ਮਾਰਕਿੰਗ ਐਪਲੀਕੇਸ਼ਨ ਕਾਪੀ ਕਰ ਲਈ ਸਿੰਪਲੀ ਆਪਾਂ ਪੇਸਟ ਕਰ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਉਹਦੀ ਆਈ ਨਹੀਂ ਹੈ ਕਿ ਆਰਗੇਨਾਈਜੇਸ਼ਨ ਕਿਹੜੀ ਆਰਗੇਨਾਈਜੇਸ਼ਨ ਦਾ ਬੰਦਾ ਉਹ ਠੀਕ ਹੈ ਇੱਥੋਂ ਸਾਨੂੰ ਵੇਖੋ ਇੱਥੇ ਹੁਣ ਉਹ ਆਰਗੇਨਾਈਜੇਸ਼ਨ ਆਪਣੇ ਆਪ ਆਣੀ ਆ ਗਈ ਨਾ ਐਸਪੀ ਪੀਬੀਆਈ ਪੀਬੀਓ ਫਰੀਦਕੋਟ ਠੀਕ ਹੈ ਡੀਪੀਓ ਫਰੀਦਕੋਟ ਆ ਗਈ ਨਾ ਸਾਡੇ ਕੋਲ ਠੀਕ ਹੈ ਏਦਾਂ ਉਹਨਾਂ ਦੀ ਜਿਹੜੀ ਹੈਗੀ ਨਾ ਜਿਸ ਬੰਦੇ ਦਾ ਜੋ ਵੀ ਉਹ ਸੀਟ ਦੇ ਵਿੱਚ ਹੋਏਗਾ ਉਦਾਂ ਉਹਦਾ ਕ੍ਰੀਏਟ ਕਰ ਲੈਣੇ ਆ ਇਹ ਜਿਹੜੇ ਓਜੂ ਹੈਡ ਉਹਨਾਂ ਥੋੜੇ ਬਣਦੇ ਨੇ ਮੈਂ ਤੁਹਾਨੂੰ ਦੱਸਣਾ ਕਿੱਦਾਂ ਬਣਦੇ ਆ ਦੇਖੋ ਐਸਪੀ ਹੈਡਕੁਆਟਰ ਦਾ ਬਣ ਗਿਆ ਠੀਕ ਹੈ ਜਿਹੜੇ ਪੀਬੀਏ ਲੱਗੇ ਉਹਨਾਂ ਦਾ ਬਣ ਗਿਆ ਠੀਕ ਹੈ ਡੀਐਸਪੀ ਦਾ ਬਣ ਗਿਆ ਠੀਕ ਹੈ ਇਹਨਾਂ ਵਿੱਚ ਕਾਫੀ ਜਣੇ ਆ ਜਾਂਦੇ ਨੇ ਇਹ 2-4 ਹੀ ਬਣਦੇ ਹੁੰਦੇ ਨੇ ਜ਼ਿਆਦਾ ਨਹੀਂ ਬਣਦੇ ਹੁੰਦੇ ਇਦਾਂ ਬਣਾ ਲੈਣੇ ਉਸ ਤੋਂ ਬਾਅਦ ਆਪਣਾ EMPLOYEE ਕ੍ਰੀਏਟ ਕਰੀ ਜਾਣਾ ਸਿੱਧਾ ਠੀਕ ਹੈ ਇਸ ਤੋਂ ਬਾਅਦ ਸਾਡੇ ਕੀ ਉਹਦੀ ਡੇਟ ਪਾ ਦੇਣੀ ਕਿ ਇਸ ਡੇਟ ਨੂੰ ਆਪਾਂ ਉਹਨੂੰ ਰਜਿਸਟਰ ਕਰਦੇ ਹਾਂ ਠੀਕ ਹੈ ਇਹ 2 ਦਿਨ ਬਾਅਦ ਚੋਂ ਵੀ ਪਾ ਲਓ ਭਾਈ ਕਰੰਟ ਡੇ ਨੂੰ ਪਾ ਲਓ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਫਿਰ ਤੁਹਾਨੂੰ ਕਿਹਾ ਸੀ ਪ੍ਰਾਇਮਰੀ ਮੈਂ ਦੇਣਾ ਇਹਨਾਂ ਨੂੰ ਠੀਕ ਹੈ ਹੁਣ ਇਹ ਓਜੂ ਹੈਡ ਨਹੀਂ ਨਾ ਹੈਗਾ ਠੀਕ ਹੈ ਜੀ ਕੋਈ ਦੱਸੇ ਮੈਨੂੰ ਇਹ ਓਜੂ ਹੈਡ ਹੈਗਾ ਨਹੀਂ ਸਰ ਹਾਂ ਕਿਉਂਕਿ ਇਹ ਨੈਬ ਰੀਡਰ ਹੈ ਜੇ ਇੱਥੇ ਐਸਪੀ ਪੀਪੀਆਈ ਹੁੰਦੇ ਤੇ ਆਪਾਂ ਉਹਨਾਂ ਨੂੰ ਜ਼ਰੂਰ ਬਣਾਉਣਾ ਸੀਗਾ ਉਹਦਾ ਓਜੂ ਹੈਡ ਇਹਨੂੰ ਓਜੂ ਹੈਡ ਨਹੀਂ ਦੇਣਾ ਠੀਕ ਹੈ ਜੀ ਆਪਾਂ ਇੱਥੇ ਕਲਿੱਕ ਕਰਾਂਗੇ ਇਹਦਾ ਕੀ ਡਾਟਾ ਸੇਵ ਹੋ ਜਾਊਗਾ ਠੀਕ ਹੈ ਸੇਵ ਹੋਣ ਤੋਂ ਬਾਅਦ ਨਾਲ ਹੀ ਸਾਡੇ ਕੋਲ ਉਹਦੀ ਪੋਸਟਰ ਰੱਖੀ ਆ ਜਾਏਗੀ ਇਹਦੀ ਪੋਸਟਰ ਇੱਕ ਕਿਹਨੂੰ ਦੇਣੀ ਹੁਣ ਤੁਹਾਨੂੰ ਇਹ ਵੀ ਕਲੀਅਰ ਹੋ ਜਾਏਗੀ ਕਿ ਉਹ ਕਿਹਨੂੰ ਰਿਪੋਰਟਿੰਗ ਕਰਦਾ ਠੀਕ ਹੈ ਜੀ ਕਿਹਨੂੰ ਰਿਪੋਰਟਿੰਗ ਕਰਦਾ ਪਹਿਲੇ ਨੰਬਰ ਤੇ ਉਹਦੀ ਆਰਗੇਨਾਈਜੇਸ਼ਨ ਸਰਚ ਕਰਾਂਗੇ ਇੱਥੇ ਆਪਾਂ ਠੀਕ ਹੈ ਦੇਖੋ ਇਹਦੇ ਕਿੰਨੀਆਂ ਬ੍ਰਾਂਚਾਂ ਨੇ ਇਹਨਾਂ ਵਿੱਚੋਂ ਆਪਾਂ ਧਿਆਨ ਨਾਲ ਇਹ ਚੀਜ਼ ਲੱਭਣੀ ਹੈ ਆਪਣਾ ਕੀ ਆਫਿਸ ਆਫ ਠੀਕ ਹੈ ਆਫਿਸ ਆਫ ਆਪਾਂ ਮੈਂ ਉਹ ਹੀ ਇਕੱਲਾ ਟਾਈਪ ਕੀਤਾ ਦੇਖੋ ਆ ਗਿਆ ਆਫਿਸ ਵਾਲੇ ਸਾਰੇ ਆਪਾਂ ਕਿਹਦਾ ਆਫਿਸ ਆਫ ਐਸਪੀ ਪੀਪੀਏ ਡੀਪੀਓ ਫਰੀਦਕੋਟ ਕਿਹੜੀ ਉਹਦੀ ਆਰਗੇਨਾਈਜੇਸ਼ਨ ਪਹਿਲਾਂ ਆਰਗੇਨਾਈਜੇਸ਼ਨ ਨੇਮ ਲਿਖਿਆ ਹੋਣਾ ਨਾ ਉੱਪਰ ਦੇਖੋ ਠੀਕ ਹੈ ਆਰਗੇਨਾਈਜੇਸ਼ਨ ਨੇਮ ਦੇ ਵਿੱਚ ਕਿਹੜੀ ਆਣੀ ਹੈ ਉਹਨਾਂ ਦੀ ਐਸਪੀ ਪੀਪੀਆਈ ਠੀਕ ਹੈ ਡੀਪੀਓ ਫਰੀਦਕੋਟ ਠੀਕ ਹੈ ਸੈੱਟ ਕਰ ਲਈ ਉਸ ਤੋਂ ਬਾਅਦ ਕੀ ਹੈ ਪਾਰਕਿੰਗ ਐਪਲੀਕੇਸ਼ਨ ਆਫ ਪੇਰੈਂਟਸ ਆਪਣੇ ਆਪ ਆਈਡੀ ਲਿਖੋ ਨੈਬ ਰੀਡਰ ਆ ਗਿਆ ਕਿਉਂਕਿ ਇਹਦੇ ਵਿੱਚ ਐਸਐਸਪੀ ਸਾਹਿਬ ਦੀ ਹੈ ਆਈਡੀ ਨਹੀਂ ਬਣੀ ਮੈਂ ਇਕੱਲਾ ਇਹਦੀ ਬਣਾਣੀ ਹੈ ਨਾ ਐਸਐਸਪੀ ਸਾਹਿਬ ਦੀ ਨਹੀਂ ਬਣੀ ਦੇਖੋ ਕੱਲੀ ਜਿਹੜੀਆਂ ਉਹਨਾਂ ਦੇ ਐਸਪੀ ਸਾਹਿਬ ਦੇ ਅੰਡਰ ਬਣੀਆਂ ਹੁੰਦੀਆਂ ਆਈਡੀਆਂ ਇਹ ਜਿਹੜੀ ਹੈ ਆਰਗੇਨਾਈਜੇਸ਼ਨ ਦੇ ਵਿੱਚ ਆਈਡੀਆਂ ਬਣੀਆਂ ਹੁੰਦੀਆਂ ਉੱਥੇ ਸਾਰੇ ਸ਼ੋਅ ਹੋਏ ਠੀਕ ਹੈ ਉਹ ਨਹੀਂ ਸ਼ੋਅ ਹੋਣ ਦੀ ਆਪਾਂ ਇਹਨਾਂ ਨੂੰ ਹਜੇ ਨਹੀਂ ਦੇਣੀ ਕਿਉਂਕਿ ਇੱਥੇ ਐਸਪੀ ਸਾਹਿਬ ਨੂੰ ਦੇਣੀ ਸੀ ਐਸਪੀ ਸਾਹਿਬ ਸ਼ੋਅ ਹੀ ਨਹੀਂ ਹੁੰਦੇ ਠੀਕ ਹੈ ਜੇ ਇੱਥੇ ਐਸਪੀ ਸਾਹਿਬ ਦੀ ਹੁੰਦੀ ਤੇ ਆਪਾਂ ਉਹਨਾਂ ਦੀ ਆਈਡੀ ਕਲਿੱਕ ਕਰ ਲੈਣੀ ਠੀਕ ਹੈ ਐਸਪੀ ਸਾਹਿਬ ਦੀ ਉਸ ਤੋਂ ਬਾਅਦ ਕੀ ਇੱਥੇ ਉਹਨਾਂ ਐਸਪੀ ਸਾਹਿਬ ਦਾ ਨਾਮ ਆਇਆ ਜਿੱਦਾਂ ਹੁਣ ਇੱਥੇ ਜਸਪਾਲ ਸਿੰਘ ਦਾ ਆਉਂਦਾ ਇੱਥੇ ਐਸਪੀ ਸਾਹਿਬ ਦਾ ਨਾਮ ਆਇਆ ਹੈ ਠੀਕ ਹੈ ਆਪਾਂ ਉਹਨਾਂ ਨੂੰ ਕਰਕੇ ਫਿਰ ਸਬਮਿਟ ਕਰ ਦੇਣਾ ਸੀ ਜਿਹੜੀ ਇਹਨਾਂ ਦੀ ਰਿਪੋਰਟਿੰਗ ਅਫਸਰ ਕਿਹੜਾ ਬਣ ਜਾਣਾ ਸੀ ਇਹਨਾਂ ਦੇ ਐਸਪੀ ਸਾਹਿਬ ਐਸਪੀ ਪੀਬੀਏ ਕਲੀਅਰ ਹੈ ਸਾਰਾ ਇਹਨਾਂ ਕਿ ਜਾਂ ਮੈਂ ਕਰਕੇ ਦੱਸਾਂ ਇਹਨਾਂ ਨੂੰ ਕਲੀਅਰ ਸਰ ਕਲੀਅਰ ਮਤਲਬ ਕਿ ਜਿੱਥੇ ਆ ਹੁਣ ਮੈਂ ਨੈਬ ਰੀਡਰ ਬਣਾਣਾ ਇੱਥੇ ਕਿਹਨੂੰ ਚੁਣਨਾ ਸੀ ਤੁਸੀਂ ਐਸਪੀ ਪੀਬੀਆਈ ਠੀਕ ਹੈ ਉਸ ਤੋਂ ਬਾਅਦ ਕੀ ਆਣਾ ਹੈ ਉਹਨਾਂ ਦਾ ਨਾਂ ਇੱਥੇ ਆਪਣਾ ਸ਼ੋ ਹੋਣਾ ਹੈ ਉਹ ਸਾਨੂੰ ਆਪਣੇ ਕਲੀਅਰ ਹੋ ਜਾਣਾ ਠੀਕ ਹੈ ਜੀ ਇੰਨਾ ਕਲੀਅਰ ਸਾਰਿਆਂ ਨੂੰ ਕਿ ਆਪਣਾ EMPLOYEE ਕਿੱਦਾਂ ਕ੍ਰੀਏਟ ਕਰਨਾ ਹੈ ਤੇ ਉਹਨੂੰ ਪੋਸਟ ਅਸਾਈਨਮੈਂਟ ਕਿੱਦਾਂ ਦੇਣੀ ਹੈ ਇੰਨਾ ਕਲੀਅਰ ਹੈ ਸਾਰਿਆਂ ਨੂੰ ਕਿਹਨੂੰ ਆਪਣੀ ਪਾਵਰ ਦੇਣੀ ਆਪਣੇ ਰਾਈਟਸ ਦੇਣੇ ਕਿ ਹਾਂ ਤੂੰ ਮੇਰੇ ਬਿਹੇਵ ਤੇ ਮੇਰੀ ਫਾਈਲਾਂ ਕੱਢ ਦੇ ਆਫਿਸਰ ਕੱਢਦੇ ਨਾ ਆਪਣੇ ਰੀਡਰ ਨੂੰ ਦੇ ਦਿੰਦੇ ਨੇ ਡੈਲੀਗੇਸ਼ਨ ਪਾਵਰ ਦੇ ਦਿੰਦੇ ਆ ਠੀਕ ਹੈ ਇੱਕ ਕਿਸੇ ਨੂੰ ਡੈਲੀਗੇਸ਼ਨ ਪਾਵਰ ਦੇਣੀ ਹੋਵੇ ਤੇ ਆਪਾਂ ਇਹ ਚੀਜ਼ ਯੂਜ਼ ਕਰਨੀ ਹੈ ਠੀਕ ਹੈ ਇਹ ਫਰਦਰ ਤੁਹਾਨੂੰ ਮੈਂ ਸਮਝਾ ਦਾਂਗਾ ਵੈਸੇ ਬਟ ਹਜੇ ਮੈਂ ਕਹਿੰਦਾ ਇਹਨੂੰ ਨਾ ਹੀ ਆਪਾਂ ਛੇੜੀਏ ਤੁਸੀਂ ਹਲੇ ਕਨਫਿਊਜ਼ ਹੋਵੋਗੇ ਆਪਾਂ EMD ਕੰਟਰੋਲ ਤੇ ਰਹਿੰਦੇ ਮੈਂ ਤੁਹਾਨੂੰ ਫਿਰ ਵੀ ਦੱਸ ਦਿੰਦਾ ਮੰਨ ਲਓ ਤੁਹਾਨੂੰ ਕੋਈ ਉੱਥੇ SSP ਸਾਹਿਬ ਤੁਹਾਡੇ ਮਤਲਬ ਕਿ ਫਰੀਦਕੋਟ ਲੱਗੇ ਨੇ ਉਹ ਕਹਿੰਦੇ ਕਿ ਹਾਂ ਮੇਰੇ ਰੀਡਰ ਨੂੰ ਇੱਕ ਪਾਵਰ ਦੇ ਦੇ ਕਿ ਉਹ ਸਿਰਫ ਮੇਰੀਆਂ ਜਿਹੜੀਆਂ ਫਾਈਲਾਂ ਪੜ੍ਹ ਸਕੇ ਠੀਕ ਹੈ ਇੱਕ ਤਾਂ ਇਹ ਰਾਈਟ ਹੁੰਦਾ ਕਿ ਪੜ੍ਹ ਸਕੇ ਇੱਕ ਹੁੰਦਾ ਕਿ ਉਹ ਪੜ੍ਹ ਕੇ ਉੱਤੇ ਨੋਟ ਲਾ ਸਕੇ ਦੂਜਾ ਰਾਈਟ ਤੀਜਾ ਰਾਈਟ ਹੁੰਦਾ ਕਿ ਉਹ ਪੜ੍ਹ ਸਕੇ ਨੋਟ ਵੀ ਲਾ ਸਕੇ ਤੇ ਸੈਂਡ ਵੀ ਕਰ ਦੇ ਇਹ ਤਿੰਨ ਰਾਈਟ ਹੁੰਦੇ ਨੇ ਠੀਕ ਹੈ ਜੀ ਰੀਡ ਰਾਈਟ ਐਂਡ ਸੈਂਡ ਠੀਕ ਹੈ ਇਹ ਤਿੰਨੇ ਹੱਥ ਦੇ ਹੁੰਦੇ ਨੇ ਇਹ ਆਪਾਂ ਦੇ ਸਕਦੇ ਹਾਂ ਠੀਕ ਹੈ ਉਹ ਸਿਲੈਕਟ ਕਿੱਦਾਂ ਕਰਨਾ ਮੰਨ ਲਓ ਇੱਥੇ ਆਰਗੇਨਾਈਜੇਸ਼ਨ ਹੈ ਠੀਕ ਹੈ ਇਹਨਾਂ ਵਿੱਚ ਸਿਲੈਕਟ ਕਰ ਲਓ ਹਾਂਜੀ ਡਰਾਫਟਿੰਗ ਤਾਂ ਨਹੀਂ ਦੇ ਸਕਦੇ ਉਹਨਾਂ ਨੂੰ ਰਾਈਟ ਨਹੀਂ ਪਾਵਰ ਡਰਾਫਟਿੰਗ ਤਾਂ ਹੋਰ ਚੀਜ਼ ਹੋ ਗਈ ਨਾ ਸਿਰਫ ਜਿਹੜੀ ਨੋਟਿੰਗ ਤੇ ਆਪਣਾ ਲਿਖਣਾ ਹੈ ਓਕੇ ਹਾਂ ਠੀਕ ਹੈ ਜੀ ਜਿੱਦਾਂ ਇੱਥੇ SSP ਆਪਣੇ DPO ਆ ਗਿਆ ਫਰੀਦਕੋਟ ਠੀਕ ਹੈ ਜੀ
ਉਹਨਾਂ ਦੀ ਲਿਖਣਾ ਕਿ ਐਸਐਸਪੀ ਫਰੀਦਕੋਟ ਨੇ ਆਪਣੇ ਰੀਡਰ ਨੂੰ ਦੇਣਾ। ਮੰਨ ਲਓ ਨੈਬ ਰੀਡਰ ਜਿਹੜਾ ਆਪਾਂ ਐਡ ਕੀਤਾ ਇਹਨੂੰ ਦੇਣਾ, ਠੀਕ ਹੈ ਜੀ। ਉਹਦੀ ਪੋਸਟ ਨੇਮ ਕੀ ਹੈ, ਐਸਐਸਪੀ, ਠੀਕ ਹੈ। ਉਹਨਾਂ ਦਾ EMPLOYEE ਨੇਮ ਕੀ ਹੈ, ਸਰਮਨਦੀਪ ਸਿੰਘ ਜਿੱਦਾਂ ਲੱਗੇ ਨੇ ਉੱਥੇ, ਠੀਕ ਹੈ ਜੀ। ਕਿਹੜੀ ਡੇਟ ਤੋਂ ਕਿੰਨੀ ਡੇਟ ਤੱਕ, ਮੰਨ ਲਓ ਅੱਜ ਤੋਂ ਕਿੰਨੇ, 1 ਸਾਲ ਲਈ ਦੇਣਾ, 1 ਮਹੀਨੇ ਲਈ ਦੇਣਾ, ਕਿੰਨੇ ਲਈ ਦੇਣਾ। ਮੰਨ ਲਓ ਆਪਣਾ 4 ਅਗਸਤ ਤੱਕ ਦੇਣਾ ਉਹਨਾਂ ਨੂੰ, ਠੀਕ ਹੈ। ਅਗਸਤ ਤੱਕ ਕੀ ਮੇਰੀ ਫਾਈਲਾਂ ਦੇ ਸਕੇ, ਅਗਸਤ ਦੀ ਲਾ ਲਓ 31 ਤਰੀਕ ਤੱਕ ਦੇਣਾ ਆਪਾਂ ਇਹਨੂੰ, ਠੀਕ ਹੈ। ਉਸ ਤੋਂ ਬਾਅਦ ਕੀ ਆਉਂਦਾ, ਕਿਹੜੀ ਲੈਵਲ ਦੇਣਾ ਉਹਨੂੰ, ਅਸਿਸਟੈਂਟ ਦੇਣਾ, ਅਥਾਰਟੀ ਦੇਣੀ ਹੈ, ਸਿਗਨੇਚਰੀ ਦੇਣੀ ਹੈ। ਅਸਿਸਟੈਂਟ ਦੇ ਵਿੱਚ ਕੀ ਹੈ, ਰੀਡ ਤੇ ਅਥਾਰਟੀ 'ਚ ਕੀ ਹੈ, ਰੀਡ ਐਂਡ ਰਾਈਟ। ਸਿਗਨੇਚਰੀ 'ਚ ਕੀ ਹੈ, ਰੀਡ ਰਾਈਟ ਐਂਡ ਸੈਂਡ। ਜਿਹੜਾ ਸੈਂਡ ਵੀ ਕਰੇਗਾ ਤਾਂ ਉਹਦੇ ਥੱਲੇ ਲਿਖਿਆ ਜਾਏਗਾ ਕਿ ਰੀਡਰ ਵੱਲੋਂ ਫਾਈਲ ਨਿਕਲੀ ਹੈ, ਉਹਦੇ ਸਾਈਨ ਆਉਣਗੇ ਥੱਲੇ। ਇਹ 3 ਤਰ੍ਹਾਂ ਦੀ ਹੁੰਦੀਆਂ, ਅਸਿਸਟੈਂਟ, ਅਥਾਰਟੀ ਤੇ ਸਿਗਨੇਚਰੀ। ਅਸਿਸਟੈਂਟ ਦੇ ਵਿੱਚ ਕੀ ਹੈ, ਰੀਡ ਹੈ। ਅਥਾਰਟੀ ਦੇ ਵਿੱਚ ਕੀ ਹੈ, ਰੀਡ ਰਾਈਟ ਹੈ, ਠੀਕ ਹੈ। ਰੀਡ ਰਾਈਟ ਤੇ ਸਿਗਨੇਚਰੀ ਵੀ ਰੀਡ ਰਾਈਟ ਐਂਡ ਸੈਂਡ ਹੈ, ਠੀਕ ਹੈ ਜੀ। ਮੰਨ ਲਓ ਆਪਾਂ ਜ਼ਿਆਦਾਤਰ ਅਸਿਸਟੈਂਟ ਹੀ ਦਿੰਦੇ ਆ ਕਿ ਰੀਡ ਦੀ, ਠੀਕ ਹੈ। ਰੀਡ ਦੀ ਰੀਡ ਕਰ ਲਏ ਤੇ ਜਾਂ ਨੋਟ ਲਾ ਲਏ, ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਕਿਹਨੂੰ ਦੇਣੀ ਹੈ, ਉਹਦਾ ਨਾਮ। ਮੰਨ ਲਓ ਇੱਥੇ ਆਪਾਂ ਨੈਬ ਰੀਡਰ ਨੂੰ ਦੇਣੀ ਸੀਗੀ ਤੇ ਉਹਦੀ ਆਰਗੇਨਾਈਜੇਸ਼ਨ ਪਹਿਲਾਂ ਦਿਖਣੀ ਹੈ ਕਿਹੜੀ ਹੈ। SPPBA 'ਚ ਕੀਤਾ ਇਹਨਾਂ ਨੂੰ ਆਪਾਂ, SPPBA, ਠੀਕ ਹੈ। ਉਹਦਾ ਕਿਤੇ ਆਈਡੀ ਰੱਖੋ, ਆਪਣੇ ਆਪ ਨੈਬ ਰੀਡਰ ਚੱਕ ਲੈਣਾ। ਜੇ SPPBA ਹੁੰਦੇ ਤਾਂ PBA ਆਣਾ ਇੱਥੇ, ਠੀਕ ਹੈ। ਨੈਬ ਰੀਡਰ ਉਹਦਾ ਆਪਣੇ ਆਪ ਇੱਥੇ ਨੇਮ ਆਏਗਾ। ਜੇ ਸਬਮਿਟ ਕਰਾਂਗੇ ਤੇ ਜਿਹੜੀ ਕੁਛ ਡੈਲੀਗੇਸ਼ਨ ਦੀ ਪਾਵਰ ਦਾ ਇਹ ਉਹਨਾਂ ਨੂੰ ਚਲੀ ਜਾਏਗੀ ਜਸਪਾਲ ਸਿੰਘ ਦੀ ਆਈਡੀ ਤੇ, ਕਿ ਉਹ ਉਹਨਾਂ ਦੀ ਆਈਡੀ ਮਿਲਕੀ ਹੈ। ਉੱਥੇ ਜਿੱਥੇ ਇਹਨਾਂ ਦੇ ਆਉਂਦੇ ਆ ਨਾ, ਜਿੱਥੇ ਸਾਡੇ ਆਉਂਦੇ ਨਾ IGP ਲਿਖਿਆ ਆਉਂਦਾ ਨਾ, ਠੀਕ ਹੈ, IG ਫਰੀਦਕੋਟ। ਜਦੋਂ ਇੱਥੇ 2 ਕੋਡ ਬਣ ਜਾਣੇ ਆ, ਇੱਕ IGP ਉਹਨਾਂ ਦੀ ਆਈਡੀ ਜਸਪਾਲ ਦੀ ਆਈਡੀ ਤੇ, ਇੱਕ ਬਣ ਜਾਣਾ IGP ਫਰੀਦਕੋਟ ਸਾਹਿਬ ਦਾ, ਇੱਕ ਬਣ ਜਾਣਾ ਜਸਪਾਲ ਜੀ ਦਾ ਆਪਣਾ, ਇੱਕ ਜਿਨ੍ਹਾਂ ਦੇ ਆਪਣਾ ਦਾ ਪਰਸਨਲ ਅਕਾਊਂਟ ਹੋਣਾ ਤੇ ਇੱਕ IGP ਸਾਹਿਬ ਦਾ। ਉਹ IG ਸਾਹਿਬ ਦੀਆਂ ਫਾਈਲਾਂ ਇੱਥੋਂ ਦੇ ਸਕਦੇ ਆ। ਇੱਦਾਂ ਮਤਲਬ ਕਿ ਡੈਲੀਗੇਸ਼ਨ ਪਾਵਰ ਇੱਥੇ ਜਾ ਕੇ ਸ਼ੋ ਹੋਣੀ ਹੈ। ਜਦੋਂ ਆਪਾਂ ਇੱਥੇ ਕਲਿੱਕ ਕਰਾਂਗੇ ਨਾ IGP ਫਰੀਦਕੋਟ ਵਾਲੇ ਜਿਹੜੇ ਆਪਣੇ ਹੋਮ ਤੇ, ਇੱਥੇ 2 ਅਕਾਊਂਟ ਸ਼ੋ ਹੋਏ ਨੇ, ਇੱਕ IGP ਫਰੀਦਕੋਟ ਦਾ, ਇੱਕ ASIL ਜਿਹੜੇ ਆਪਣੇ ਜਸਪਾਲ ਸਿੰਘ ਉਹਨਾਂ ਦਾ, ਠੀਕ ਹੈ। ਨਾਲ ਉੱਥੇ ਮੈਸੇਜ ਡਿਸਪਲੇ ਹੋ ਜਾਣਾ ਹੈ ਕਿ ਤੁਹਾਨੂੰ 31 ਅਗਸਤ ਤੱਕ ਦੀ ਇਹ ਡੈਲੀਗੇਸ਼ਨ ਪਾਵਰਾਂ ਮਿਲੀਆਂ ਨੇ, ਠੀਕ ਹੈ। ਉਹਨਾਂ ਦੀ ਆਈਡੀ ਖੋਲ ਕੇ ਦੇਖ ਸੇ ਰੀਡ ਕਰ ਸਕਦੇ। ਕਲੀਅਰ ਹੈ ਜੀ, ਇਹ ਡੈਲੀਗੇਸ਼ਨ ਕੀ ਚੀਜ਼ ਹੈ? ਯੈਸ ਸਰ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਅੱਗੇ ਸਾਡੇ ਰੂਲ, ਜਿੱਦਾਂ ਹੁਣ ਆਪਾਂ ਰੂਲ ਦੇਣੇ ਆ। ਮੰਨ ਲਓ ਜਿਹੜਾ SILR ਬਣਾਇਆ ਸੀ ਨਾ ਆਪਾਂ, ਉਹਨੂੰ ਰੂਲ ਦੇਣੇ ਆ ਕਿ ਉਹ ਕੀ ਕਰ ਸਕਦਾ, ਕਿਹੜੀ ਪਾਵਰ ਉਹ ਯੂਜ਼ ਕਰ ਸਕਦਾ, ਆਫਿਸ ਨੂੰ ਕਿੱਥੋਂ ਤੱਕ ਦੇ ਸਕਦਾ, ਠੀਕ ਹੈ। ਉਹਦੇ ਕੀ ਰਾਈਟਸ ਨੇ, ਠੀਕ ਹੈ। ਉਹ ਰਾਈਟਸ ਆਪਾਂ ਦੇਣੇ, ਠੀਕ ਹੈ। ਦੱਸਣਾ ਕਿੱਦਾਂ ਦੇਣੇ ਨੇ। IGP ਤੇ ਕਲਿੱਕ ਕਰੋਗੇ ਤੇ ਸਾਡੇ ਕੋਲ ਇੱਕ ਹੋਮ ਤੇ ਜਾਵਾਂਗੇ ਆਪਾਂ, ਹੋਮ ਤੇ ਜਾਣਾ। ਹੋਮ ਤੇ ਜਾ ਕੇ ਜਦੋਂ ਇੱਥੇ ਆਵਾਂਗੇ ਆਪਾਂ ਉਹਦੀ ਆਈਡੀ ਤੇ ਸਾਡੇ ਕੋਲ ਇੱਥੇ ਦੇਖੋ ਐਡਮਿਨ ਸੈਕਸ਼ਨ ਨਿਕਲਦਾ ਹੈ, ਠੀਕ ਹੈ ਜੀ। ਐਡਮਿਨ ਸੈਕਸ਼ਨ ਨੋਟ ਕਰ ਲਿਓ, ਬੜੇ ਜਣਾਂ ਨੂੰ ਭੁਲੇਖਾ ਪੈਣਾ ਇਹਦਾ ਕਿ ਐਡਮਿਨ ਰੋਲ ਕਿੱਥੋਂ ਦੇਣੇ ਆ। ਜਿੱਦਾਂ EMPLOYEE ਕ੍ਰੀਏਟ ਕਰ ਲਿਆ, ਉਹਨੂੰ ਰੋਲ ਕਿੱਦਾਂ ਦੇਣੇ, ਠੀਕ ਹੈ ਜੀ। ਕਿੱਥੇ ਜਾਣਾ, ਜਿੱਦਾਂ ਸਾਡਾ ਜਿਹੜੀ ਆਈਡੀ ਖੁੱਲੀ ਹੋਏਗੀ, ਲੋਕਲ ਐਡਮਿਨ ਜਿਹੜੇ ਤੁਹਾਨੂੰ ਆਪਣਾ ਐਡਮਿਨ ਦੀ ਆਈਡੀ ਦੇਣੀਆਂ ਪ੍ਰੋਵਾਈਡ ਕਰਨੀਆਂ ਇਸ ਕੰਮ ਲਈ। ਜਿੱਦਾਂ ਫਰੀਦਕੋਟ ਵਾਲੇ ਹੋਣਗੇ ਤੇ ਉਹਨਾਂ ਨੂੰ IGP ਫਰੀਦਕੋਟ ਸਾਹਿਬ ਦੀ ਆਈਡੀ ਹੈ, ਮੈਂ ਦੱਸ ਦਿੰਦਾ ਕਿ ਤੁਹਾਨੂੰ ਮਿਲਣਗੀਆਂ। ਜਿੱਦਾਂ ਇਹ ਸਾਰੇ ਲੋਕਲ ਐਡਮਿਨ ਦੀਆਂ ਆਈਡੀਆਂ ਸਾਡੇ, ਠੀਕ ਹੈ। ਇੰਨੇ 11 ਸਾਡੇ ਕੋਲ ਲੋਕਲ ਐਡਮਿਨ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਕੰਟਰੋਲ ਕਰਦੇ ਪਏ, ਠੀਕ ਹੈ। ਜਿੱਦਾਂ ਫਸਟ ਵਨ ਤੇ ਸਾਡੇ ਕੋਲ ਇਹਦਾ ਇੰਟੈਲੀਜੈਂਸ ਦਾ ਆਉਂਦਾ, ਠੀਕ ਹੈ ਜੀ, ਠੀਕ ਹੈ। ਇੰਟੈਲੀਜੈਂਸ ਦਾ ਆਉਂਦਾ, ਫਿਰ PPA ਫਲੋਰ ਦਾ, ਠੀਕ ਹੈ। PAP ਜਲੰਧਰ ਦਾ, ਜਲੰਧਰ ਰੇਂਜ ਦਾ, ਰੋਪੜ ਰੇਂਜ ਦਾ, ਲੁਧਿਆਣਾ ਰੇਂਜ ਦਾ, ਬਠਿੰਡਾ ਰੇਂਜ ਦਾ, ਪਟਿਆਲਾ ਰੇਂਜ ਦਾ, ਸਾਰੀਆਂ ਰੇਂਜਾਂ, ਠੀਕ ਹੈ। ਇੱਦਾਂ ਆਪਾਂ ਨੇ ਬਣਾਏ ਨੇ। ਇਹ ਜਿਹੜੀ ਤੁਹਾਡੀ ਰੇਂਜ ਪੈਂਦੀ ਹੋਏਗੀ ਆਪਾਂ ਉਹਨਾਂ ਨੂੰ ਉਹ ਪ੍ਰੋਵਾਈਡ ਕਰਾ ਦੇਣੀ, ਠੀਕ ਹੈ ਜੀ। ਤੇ ਆਪਾਂ ਕੀ ਕਰਨਾ, ਹੁਣ ਰੋਲ ਦੇਣੇ ਆ। ਐਡਮਿਨ ਸੈਕਸ਼ਨ ਤੇ ਜਾਣਾ, ਇਹ ਸਾਡਾ ਐਡਮਿਨ ਸੈਕਸ਼ਨ ਖੁੱਲ ਗਿਆ, ਠੀਕ ਹੈ। ਇਹਦੇ ਲੈਫਟ ਸਾਈਡ ਤੇ ਦੇਖੋ ਆ ਰਿਹਾ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ, ਦਿਖ ਰਿਹਾ ਸਾਰਿਆਂ ਨੂੰ, ਠੀਕ ਹੈ ਜੀ। ਇੱਥੇ ਕਲਿੱਕ ਕਰਾਂਗੇ, ਇਹਦੇ ਸਾਰੇ ਥੱਲੇ ਖੁੱਲ ਜਾਣਗੀਆਂ ਪੋਸਟਾਂ ਕੀ ਮੋਡਿਊਲ। ਆਪਾਂ ਕਿਸੇ ਨੂੰ ਨਹੀਂ ਛੇੜਨਾ ਹੈਗਾ ਸਰ, ਕਿਸੇ ਨੂੰ ਵੀ ਨਹੀਂ ਛੇੜਨਾ ਹੈਗਾ। ਆਪਾਂ ਸਿਰਫ ਐਪਲੀਕੇਸ਼ਨ ਪੋਸਟ ਰੋਲ ਤੇ ਜਾਣਾ। ਐਪਲੀਕੇਸ਼ਨ ਪੋਸਟ ਰੋਲ ਕੀ ਕਰਨਾ ਹੈ, ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਨੂੰ ਤੇ ਕਲਿੱਕ ਕੀਤਾ,
ਕਲਿੱਕ ਕਰਾਂਗੇ ਤੇ ਸਾਡੇ ਕੋਲ ਕੀ ਆ ਜਾਏਗਾ, ਐਪਲੀਕੇਸ਼ਨ ਲਾਸਟ ਤੇ ਐਪਲੀਕੇਸ਼ਨ ਪੋਸਟ ਹੋਵੇ, ਇੱਥੇ ਕਲਿੱਕ ਕਰਾਂਗੇ ਆਪਾਂ। ਠੀਕ ਹੈ ਜੀ, ਪੋਸਟ ਤੇ ਕਲਿੱਕ ਕਰਾਂਗੇ ਤੇ ਸਾਡੇ ਕੋਲ ਇਹ ਚੀਜ਼ ਖੁੱਲ ਜੇਗੀ। ਠੀਕ ਹੈ ਜੀ, ਇਹਦੇ ਵਿੱਚ ਕੀ ਕਰਨਾ ਆਪਾਂ ਨੇ ਕਿ ਜਿਸ ਵੀ ਬੰਦੇ ਨੂੰ, ਜਿੱਦਾਂ ਹੁਣ ਜਸਪਾਲ ਸਿੰਘ ਦੀ ਆਈਡੀ ਵੇਖੋ ਮੈਂ ਰੋਲ ਦੇਣੇ, ਕਿੱਦਾਂ ਨੂੰ ਆਪਣੇ ਪਤਾ ਲੱਗ ਜਾਏਗਾ, ਉਹਦੀ ਪੋਸਟ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਪੋਸਟ ਆਪਾਂ ਨੈਵੀਗੇਟਰ ਪਾਇਆ ਸੀ ਨਾ ਉਹਨੂੰ, ਦੇਖਿਓ ਉਹਨਾਂ ਦੀ ਕਿੱਦਾਂ ਉਹਨੂੰ ਰੋਲ ਕਿੱਦਾਂ ਦੇਣੇ, ਕਿੱਦਾਂ ਉਹ ਆਪਣੇ ਆਪ ਸਾਨੂੰ ਲੱਭੇਗਾ। ਠੀਕ ਹੈ, ਆਪਾਂ ਇੱਥੇ ਕਲਿੱਕ ਕਰਕੇ ਇੱਥੇ ਆਣਾ ਐਡ ਨਿਊ ਡਾਟਾ, ਐਡ ਨਿਊ ਡਾਟਾ ਤੇ ਕਲਿੱਕ ਕੀਤਾ, ਸਾਡੇ ਕੋਲ ਇਹ ਜਿਹੜਾ ਕੀ ਆ ਟੈਂਪਲੇਟ ਖੁੱਲ ਗਿਆ। ਠੀਕ ਹੈ, ਇਹਦੇ ਵਿੱਚ ਫਸਟ ਵਨ ਕੀ ਹੈ, ਐਪਲੀਕੇਸ਼ਨ ਨੇਮ, ਕਿਹੜੀ ਐਪਲੀਕੇਸ਼ਨ ਯੂਜ਼ ਕਰਦੇ ਆਪਾਂ, ਈ ਫਾਈਲ। ਠੀਕ ਹੈ, ਦੂਜਾ ਤਾਂ ਗਲੋਬਲ ਆਰਗੇਨਾਈਜੇਸ਼ਨ ਨੇਮ ਕੀ ਹੈ, ਜਿੱਦਾਂ ਆਪਾਂ ਤੋਂ ਕਹਿਣਾ ਆ ਵੱਖਰੇ ਵੱਖਰੇ ਆਈਟੀ ਰੇਂਜ ਦੇ ਬਣਾਏ ਨੇ ਆਪਾਂ, ਇਹਦੇ ਕੀ ਬਣਾ ਫਰੀਦਕੋਟ ਰੇਂਜ ਪੰਜਾਬ ਪੁਲਿਸ, ਇਹ ਐਂਟਰੀ ਬਣਾਈ ਹੈ ਜੀ ਫਰੀਦਕੋਟ ਰੇਂਜ। ਠੀਕ ਹੈ, ਆਪਾਂ ਇਹ ਪਿਕ ਕਰ ਲੈਣੀ ਹੈ। ਠੀਕ ਹੈ, ਨੈਕਸਟ ਵਨ ਤੇ ਉਹਦੀ ਪੋਸਟ, ਕਿ ਉਹ ਬੰਦੇ ਦੀ ਪੋਸਟ ਯਾਦ ਹੋਣੀ ਚਾਹੀਦੀ ਕਿ ਪੋਸਟ ਕੀ, ਜਿਹਨੂੰ ਆਪਾਂ ਰੋਲ ਦੇਣਾ ਉਹਦੀ ਪੋਸਟ ਕੀ ਹੈ। ਹੁਣ ਉਹਦੀ ਪੋਸਟ ਤੇ ਸਾਰੀਆਂ ਪੋਸਟਾਂ ਹੋਣੀਆਂ, ਆਪਾਂ ਕੀ ਨੈਵੀਗੇਟਰ ਤੇ ਟਾਈਪ ਕਰ ਲੈਣਾ, ਸਾਡੇ ਕੋਲ ਨੈਵੀਗੇਟਰ ਦੀ ਆ ਗਈ। ਹੁਣ ਜਿੰਨੇ ਵੀ ਇਸ ਆਰਗੇਨਾਈਜੇਸ਼ਨ ਵਿੱਚ ਜਿੰਨੇ ਵੀ ਨੈਵੀਗੇਟਰ ਲੱਗੇ ਹੋਣਗੇ ਨਾ, ਉਹਨਾਂ ਦੀ ਸਾਰਿਆਂ ਦੀ ਆਈਡੀ ਸ਼ੋ ਹੋਣੀ, ਉਹਦੇ ਵਿੱਚੋਂ ਆਪਾਂ ਜਸਪਾਲ ਸਿੰਘ ਹੀ ਪਿਕ ਕਰਨਾ। ਉਹ ਕਿੱਦਾਂ ਪਤਾ ਲੱਗੇਗਾ, ਵੇਖੋ ਸਾਡੀ ਮਾਰਕਿੰਗ ਐਬਰੀਵੇਸ਼ਨ ਪਾਈ ਸੀ ਨਾ ਆਪਾਂ, ਉਹ ਤੋਂ ਪਤਾ ਲੱਗਣਾ ਕਿ ਸਾਨੂੰ ਇਹ ਉਹੀ ਹੈਗਾ ਨੈਵੀਗੇਟਰ। ਠੀਕ ਹੈ, ਵੇਖੋ ਇਹ ਕਹਿੰਦੇ ਜਸਪਾਲ ਸਿੰਘ, ਦੇਖੋ ਜਸਪਾਲ ਸਿੰਘ ਆ ਗਿਆ, ਨੈਵੀਗੇਟਰ ਦੀ ਪੋਸਟ ਹੈ। ਠੀਕ ਹੈ, ਕਿੱਥੋਂ ਦਾ, ਆਫਿਸ ਆਫ ਐਸਪੀ ਪੀਬੀਆਈ ਬਠਿੰਡਾ। ਠੀਕ ਹੈ ਜੀ, ਕਲੀਅਰ ਹੈ ਸਾਰਿਆਂ ਨੇ ਤੁਹਾਨੂੰ। ਠੀਕ ਹੈ, ਕਿੱਦਾਂ ਬੰਦੇ ਨੂੰ ਲੱਭਣਾ, ਸਿੰਪਲੀ ਆਪਾਂ ਐਪਲੀਕੇਸ਼ਨ ਨੇਮ ਤੇ ਗਏ, ਉੱਥੇ ਈ ਫਾਈਲ ਲੈ ਲੈਣਾ। ਠੀਕ ਹੈ, ਫਿਰ ਉਹਦੀ ਗਲੋਬਲ ਆਰਗੇਨਾਈਜੇਸ਼ਨ ਕੀ ਹੈ, ਜੇ ਮਤਲਬ ਕਿ ਇਹ ਲੁਧਿਆਣਾ ਰੇਂਜ ਵਾਲਾ ਤੇ ਇੱਥੇ ਲੁਧਿਆਣਾ ਰੇਂਜ ਵਾਲੇ ਦੀ ਆ ਜਾਣੀ ਹੈ। ਠੀਕ ਹੈ, ਜੇ ਬਠਿੰਡੇ ਰੇਂਜ ਵਾਲਾ ਤਾਂ ਬਠਿੰਡੇ ਰੇਂਜ ਦੀ ਆ ਜਾਣੀ ਹੈ। ਠੀਕ ਹੈ, ਇੱਦਾਂ ਹੀ ਪਟਿਆਲਾ ਰੇਂਜ ਦਾ ਉਹਦੀ ਆ ਜਾਣੀ ਹੈ। ਠੀਕ ਹੈ, ਜਿਹੜੇ ਸਾਡੀ ਰੇਂਜ ਉਹ ਪਾ ਜਾਣੀ ਹੈ, ਜਿੰਨੀਆਂ ਪੋਸਟਾਂ ਸਾਡੀਆਂ ਉੱਥੇ ਸ਼ੋ ਹੋਣੀਆਂ। ਮੰਨ ਲਓ ਜੇ ਮੈਂ ਕੋਈ ਡੈਰਿਸਟ ਨੂੰ ਦਿੰਦਾ ਤੇ ਡੈਰਿਸਟ ਵਾਲੀਆਂ ਸਾਰੀਆਂ ਪੋਸਟਾਂ ਸਾਡੇ ਕੋਲ ਇੱਥੇ ਸ਼ੋ ਹੋਣੀਆਂ, ਦੇਖੋ ਜਿੰਨੇ ਡੈਰੀ ਵਾਲੇ ਨੇ। ਠੀਕ ਹੈ, ਕੋਈ ਇੱਥੇ ਫਰੀਦਕੋਟ ਰੇਂਜ ਦਾ ਬੈਠਾ ਬੰਦਾ ਜਿਹਦੀ ਕੋਈ ਆਈਡੀ ਹੈ ਬਣੀ ਹੈ ਫਰੀਦਕੋਟ ਰੇਂਜ ਦਾ, ਮੈਂ ਉਹਨੂੰ ਕਲਿੱਕ ਕਰਕੇ ਦੱਸ ਦਿੰਦਾ ਕਿੱਦਾਂ ਲੱਭਣਾ। ਜਿਹਦੀ ਆਈਡੀ ਬਣੀ ਹੋਏ ਫਰੀਦਕੋਟ ਰੇਂਜ ਦਾ ਕੋਈ ਬੰਦਾ ਬੈਠਾ ਆਪਣਾ ਦੁਬਈ ਸਭ ਬੈਠੇ ਨੇ, ਕੋਈ ਜਿਹਨਾਂ ਦੀ ਆਈਡੀ ਗੁਰਮੇਲ ਸਿੰਘ ਦੀ ਬਣੀ ਹੋਈ ਹੈ ਜੀ। ਗੁਰਮੇਲ ਸਿੰਘ ਦੀ ਕੀ ਪੋਸਟ ਕੀ ਉਹਨਾਂ ਦੀ, ਡੈਰੀਐਸਟ ਹੀ ਹੈ ਜੀ। ਜਸਟ ਗੁਰਮੇਲ ਸਿੰਘ, ਵੇਖੋ ਇੱਥੇ ਗੁਰਮੇਲ ਸਿੰਘ ਜੀ ਆਊਗਾ ਆਪਕੋ ਆ ਗਿਆ ਜੀ। ਠੀਕ ਹੈ, ਗੁਰਮੇਲ ਸਿੰਘ। ਠੀਕ ਹੈ ਜੀ, ਡੈਰਿਸਟ ਇੰਗਲਿਸ਼ ਬ੍ਰਾਂਚ ਡੀਪੀਓ ਫਰੀਦਕੋਟ। ਕਲੀਅਰ ਸਾਰਿਆਂ ਨੂੰ। ਠੀਕ ਹੈ, ਆਪਾਂ ਇੱਥੇ ਨੈਵੀਗੇਟਰ ਨੂੰ ਦੇ ਦਿੰਦੇ ਹਾਂ, ਨੈਵੀਗੇਟਰ ਬਣਾਇਆ ਸੀਗਾ। ਠੀਕ ਹੈ, ਕੋਈ ਜਸਪਾਲ ਸਿੰਘ ਸੀਗਾ। ਠੀਕ ਹੈ, ਉਹਨੂੰ ਹੁਣ ਰਾਈਟਸ ਕਿਹੜੇ ਦੇਣੇ ਆ, ਠੀਕ ਹੈ, ਇਹਦੇ ਵਿੱਚ ਕਰ ਲਿਓ ਜਿਹੜਾ ਤੇ ਹੋਇਆ ਡੈਰਿਸਟ ਜਾਂ ਡਿਸਪੈਚਰ ਹੋਇਆ, ਉਹਨੂੰ ਸਿਰਫ ਆਪਾਂ ਦੇਣਾ ਹੈ ਸੀਆਰ ਰੋਲ ਦੇਣਾ। ਆ ਸਾਰੇ ਰੋਲ ਨੇ ਸਾਡੇ ਕੋਲ। ਠੀਕ ਹੈ, ਇਹਦੇ ਵਿੱਚੋਂ ਜਿੱਦਾਂ ਆ ਸੀਆਰ ਕਲਿੱਕ ਕਰ ਲਿਆ, ਕਲਿੱਕ ਕਰਨ ਤੋਂ ਬਾਅਦ ਆਪਾਂ ਇੱਧਰ ਲੈਣਾ। ਠੀਕ ਹੈ, ਜਿਹੜਾ ਕਿ ਡੈਰਿਸਟ ਹੋਇਆ ਉਹਨੂੰ ਕੀ ਕਰਨਾ, ਇਕੱਲਾ ਸੀਆਰ ਡੈਰੀ ਜਾਂ ਡਿਸਪੈਚਰ ਹੋਇਆ, ਇਹ ਨੋਟ ਕਰ ਲਿਓ ਤੁਸੀਂ। ਫਿਰ ਵੀ ਤੁਹਾਨੂੰ ਆਪਾਂ ਇਹਦੀ ਮੇਲ ਕਰ ਦਾਂਗੇ ਕਿਹਨੂੰ ਕੀ ਦੇ ਦੇਣਾ, ਬਟ ਜੇ ਸਮਝਣਾ ਹੈ ਆਹੋ ਉਹਦੀ ਆਪਾਂ ਮੇਲ ਕਰ ਦਾਂਗੇ, ਤੁਸੀਂ ਸਮਝ ਲਓ। ਠੀਕ ਹੈ, ਜੇ ਇਕੱਲਾ ਡਿਸਪੈਚਰ ਦਾ ਹੋਇਆ, ਡੈਰਿਸਟ ਹੋਇਆ, ਤੁਹਾਨੂੰ ਆਪਾਂ ਕੀ ਹੈ ਇਕੱਲਾ ਸੀਆਰ ਦੇਣਾ। ਠੀਕ ਹੈ, ਜੇ ਉਹ ਡੀਲਿੰਗ ਹੈਂਡ ਹੋਇਆ, ਠੀਕ ਹੈ, ਕੋਈ ਫਾਈਲ ਤੇ ਕੰਮ ਕਰਦਾ ਹੈ, ਠੀਕ ਹੈ, ਫਿਰ ਕੀ ਉਹਨੂੰ ਦੇਣਾ ਠੀਕ ਹੈ, ਜੇ ਕੋਈ ਡੀਲਿੰਗ ਹੈਂਡ ਹੋਇਆ ਉਹਨੂੰ ਸਿਰਫ ਕੀ ਦੇਣਾ ਆਪਾਂ ਨੇ, ਫਾਈਲ ਇੱਕ ਕਲੋਜ਼ਿੰਗ। ਠੀਕ ਹੈ, ਤੇ ਇੱਕ ਉਹਨੂੰ ਦੇਣਾ ਆਪਾਂ ਰੋਲ ਆਫਿਸਰ। ਪਹਿਲੇ ਨੰਬਰ ਤੇ ਕੀ ਦੇਣਾ ਉਹਨੂੰ, ਫਾਈਲ ਰੋਲ ਆਫਿਸਰ ਦਾ ਦੇਣਾ। ਠੀਕ ਹੈ, ਦੂਜਾ ਇੱਕ ਫਾਈਲ ਕਲੋਜ਼ਿੰਗ ਦਾ ਹੋਣਾ। ਠੀਕ ਹੈ, ਇਹ ਦੋ ਕੰਪਲਸਰੀ ਦੇਣੇ। ਠੀਕ ਹੈ, ਉਸ ਤੋਂ ਬਾਅਦ ਮੰਨ ਲਓ ਤੁਹਾਡੇ ਕੋਲ ਸੁਪਰਡੈਂਟ ਲੈਵਲ ਆ ਜਾਂਦਾ ਹੈ। ਠੀਕ ਹੈ, ਡੀਐਸਪੀ ਲੈਵਲ ਆ ਜਾਂਦਾ, ਮਤਲਬ ਕਿ ਸੁਪਰਡੈਂਟ ਆ ਜਾਂਦੀ ਹੈ, ਸੁਪਰਡੈਂਟ ਇੰਚਾਰਜ ਦੀ ਪੋਸਟ ਆ ਜਾਂਦੀ ਹੈ। ਇੰਚਾਰਜ ਕੀ ਕਰਦੇ ਵੀ ਡਰਾਫਟ ਅਪਰੂਵ ਕਰਦੇ ਨਾ, ਡਰਾਫਟ ਜਿਹੜਾ ਹੁੰਦਾ ਅਪਰੂਵ ਕਰਦੇ ਆ, ਉਹ ਡਰਾਫਟ ਅਪਰੂਵਲ ਦਾ ਦੇਣਾ। ਜਿਹੜੇ ਕਿ ਇੰਚਾਰਜ ਆ ਗਏ ਜਾਂ ਹੈੱਡ ਆ ਗਏ ਉਹਨਾਂ ਨੂੰ ਨਾਲ ਕੀ ਦੇਣਾ, ਡਰਾਫਟ ਅਪਰੂਵਲ। ਦੇਖੋ ਪਹਿਲੇ ਨੰਬਰ ਤੇ ਆ ਗਿਆ ਸੀ ਡੈਰੀ ਡਿਸਪੈਚਰ, ਉਹਨੂੰ ਸੀਆਰਯੂ ਦੇਣਾ ਹੈ। ਉਸ ਤੋਂ ਬਾਅਦ ਡੀਲਿੰਗ ਹੈਂਡ ਆ ਜਾਂਦੇ ਆ,
ਜਿਹਨਾਂ ਡੀਲਿੰਗ ਕਰਨੀ ਫਾਈਲ ਦੇ ਉਹਨਾਂ ਨੂੰ ਲੋਨ ਆਫੀਸਰ ਤੇ ਰੋਜ਼ ਕਲੋਜ਼ਿੰਗ ਦੇਣਾ ਹੈ। ਅੱਗੇ ਆਏ ਨੇ ਤੁਹਾਡੇ ਜਿਹੜੇ ਹੈਡ ਆ ਜਾਂਦੇ ਨੇ, ਹੈਡ ਨੂੰ ਵੀ ਦੇਣਾ ਹੈ, ਇਹ ਤਾਂ 2 ਦੇਣੇ ਆ, ਕਲੋਜ਼ਿੰਗ ਤੇ ਆਫੀਸਰ ਦੇਣਾ ਨਾਲ ਕੇ ਦੇਣਾ ਅਪਰੂਵਰ ਦਾ। ਠੀਕ ਹੈ। ਉਸ ਤੋਂ ਬਾਅਦ ਕੀ ਹੈ ਤੁਹਾਡੇ ਡੀਐਸਪੀ ਸਾਹਿਬ ਆ ਜਾਂਦੇ ਆ, ਜਿਹੜੇ ਅੱਗੇ ਨੋਡਲ ਆਫੀਸਰ ਲਾ ਦਿੰਦੇ ਜਿੱਦਾਂ ਆਪਾਂ ਨਾ, ਜਾਂ AIG ਸਾਹਿਬ ਲਾ ਦਿੰਦੇ ਆ। ਠੀਕ ਹੈ। ਉਹਨਾਂ ਨੂੰ ਨਾਲ ਕੀ ਲਾ ਦੇਣਾ ਇੱਕ ਜਿਹੜੀਆਂ ਆਪਾਂ ਫਾਈਲ ਜਿੱਦਾਂ ਬਣਦੀਆਂ ਸਾਰੀਆਂ ਹੀ, ਠੀਕ ਹੈ, ਉਹਨਾਂ ਦਾ ਰੋਲ MIS, ਠੀਕ ਹੈ, ਜਿਹੜੀਆਂ ਰਿਪੋਰਟਸ ਆਪਾਂ ਜਨਰੇਟ ਕਰਨੀਆਂ ਉਹ ਕੱਲ ਨੂੰ ਉਹਨਾਂ ਦੇ ਰੀਡਰ ਬਹਿ ਕੇ ਦੇਖ ਸਕਦੇ ਆ ਕਿ ਕਿੰਨੇ ਕਿਹੜੀ ਫਾਈਲ ਬਣਾਈ ਹੈ, ਕਿੱਥੇ ਗਈ ਫਾਈਲ, ਇਸ ਟਾਈਮ ਪੈਂਡਿੰਗ ਹੈ ਜਾਂ ਕਿਹੜਾ ਸਟੇਟਸ ਹੈ, ਉਹ ਸਾਰੀਆਂ ਫਾਈਲਾਂ ਚੈੱਕ ਕਰ ਸਕਦੇ ਆ। ਉਹਨੂੰ ਕਿਹਦੇ ਨਾਲ ਰੋਲ MIS, ਉਹ ਸਾਰੀਆਂ ਰਿਪੋਰਟਾਂ ਚੈੱਕ ਕਰ ਸਕਦਾ। ਮੰਨ ਲਓ ਕਈ ਵਾਰ ਕੀ ਹੁੰਦਾ, ਬੜੀ ਇੱਦਾਂ ਦੀ ਕੋਈ ਲੋੜ ਆ ਜਾਂਦੀ ਹੈ ਕਿ SP ਸਾਹਿਬ, ਠੀਕ ਹੈ, ਆ ਜਾਂਦੇ ਨੇ ਜਾਂ ਹੈਡ ਆ ਜਾਂਦੇ ਆ, ਉਹਨਾਂ ਨੂੰ ਆਪਾਂ ਕੀ ਦਿੰਦੇ ਆ, ਰੋਲ ਐਡਮਿਨਿਸਟ੍ਰੇਟਰ ਦੇ ਸਕਦੇ, ਪਰ ਦੇਣਾ ਨਹੀਂ, ਕਿਸੇ ਨੇ ਵੀ ਨਹੀਂ ਦੇਣਾ ਰੋਲ ਐਡਮਿਨਿਸਟ੍ਰੇਟਰ, ਕਿਸੇ ਨੇ ਦੇਣਾ ਵੱਧ ਤੋਂ ਵੱਧ ਸਭ ਨੇ ਕੀ ਹੁੰਦਾ MISR ਰਿਪੋਰਟਸ ਹੀ ਦੇਣੀਆਂ। ਠੀਕ ਹੈ। ਤੇ ਕੱਲ ਨੂੰ ਜਦੋਂ ਸਾਡਾ ਵੀ ਉਹ ਜਿਹੜਾ DSC ਚੱਲ ਜਾਂਦੀ ਹੈ ਸਾਈਡ ਵਾਲੀ, ਜੋ ਉਹ ਚੱਲ ਜਾਂਦੀ ਹੈ ਤਾਂ ਫਿਰ E-ਸਾਈਨਰ ਹਰ ਇੱਕ ਨੂੰ ਦੇਣਾ। ਜੇ ਕੱਲ ਨੂੰ ਚੱਲ ਜਾਂਦੀ ਹੈ ਜਿਹੜੀ ਹੈ ਆਪਣੀ DSC ਚੱਲਦੀ ਹੈ। ਠੀਕ ਹੈ। ਬਸ ਇਹ ਰੋਲ ਨੇ ਆਪਾਂ ਮੇਨਲੀ ਜਿਹੜੇ ਸਰ ਕਾਈਂਡਲੀ ਐਕਸਪਲੇਨ ਦਾ ਲਾਸਟ ਵਨ। ਹਾਂ, ਲਾਸਟ ਵਨ ਵੇਖੋ E-ਸਾਈਨਰ ਹੈ ਕਿ ਜਦੋਂ ਕੱਲ ਨੂੰ DSC ਚੱਲ ਜਾਂਦੀ, ਜਦੋਂ ਡਿਜੀਟਲ ਸਾਈਨ ਵਾਲੀ ਹੁੰਦੀ ਹੈ, ਡਿਜੀਟਲ ਸਾਈਨਰ ਜਿਹੜੀ ਉਹ ਚੱਲ ਜਾਂਦੀ ਤਾਂ ਉਹ E-ਸਾਈਨਰ ਆਪਾਂ ਦਿੰਦੇ। ਠੀਕ ਹੈ। ਠੀਕ ਹੈ। ਮੰਨ ਲਓ ਕਿਤੇ ਬੜੀ ਜ਼ਰੂਰੀ ਗੱਲ ਆ ਜਾਂਦੀ ਹੈ ਕਿ ਯਾਰ ਕਹਿੰਦੇ ਕਿ ਸਹੀ ਸਾਡੀ ਫਾਈਲ ਆਪਾਂ ਡਾਊਨਲੋਡ ਕਰਕੇ ਆਪਾਂ SP ਸਾਹਿਬ ਨੂੰ ਦੇਣੀ ਹੈ। ਠੀਕ ਹੈ। ਮੰਨ ਲਓ SSP ਸਾਹਿਬ ਕਹਿੰਦੇ ਕਿ ਸਾਨੂੰ ਸਰ ਜਿਹੜਾ ਰੋਲ E-ਸਾਈਨਰ ਇਹਨਾਂ ਵੱਲੋਂ ਨੋਟਿੰਗ ਬੁੱਕਾਂ ਤੋਂ ਹੋਣੀਆਂ ਹਰੇਕ ਹੈਡ ਦੇ ਉੱਤੇ, ਉਹਨਾਂ ਵੱਲੋਂ ਸਾਰੇ ਨੂੰ ਇਹ ਰੋਲ ਸਾਈਨ ਕਰਨਾ ਬੰਦ ਦੀ ਸਾਈਨਿੰਗ ਅਥਾਰਟੀ ਬਣਦੀ ਹੈ। ਜਿੱਦਾਂ ਹੁਣ DSP ਸਾਹਿਬ ਨੇ, ਠੀਕ ਹੈ, ਜਾਂ SP ਸਾਹਿਬ ਨੇ, ਉਹ ਸਾਈਨ ਕਰ ਸਕਦੇ ਨੇ ਨਾ ਫਾਈਲ ਤੇ ਸਿੱਧੇ, ਉਹਨਾਂ ਦੇ ES ਆਪਣੇ ਆਪ ਸਾਈਨ ਆ ਜਾਣ। ਠੀਕ ਹੈ ਜੀ। ਸਰ ਨਹੀਂ ਜਦੋਂ ਆਪਾਂ ਗ੍ਰੀਨ ਨੋਟ ਬੁੱਕਾਂ ਕਰਦੇ ਆ ਸਰ, ਗ੍ਰੀਨ ਨੋਟ ਦੀ ਮੈਂ ਗੱਲ ਕਰਦਾ, ਗ੍ਰੀਨ ਨੋਟ ਤੇ ਵੀ ਇਸ ਉੱਤੇ ਆਪਣਾ ਬੰਦ ਕਰਿਓ। ਮਨਦੀਪ ਸਿੰਘ ਆਪਣਾ ਮੈਪ ਬੰਦ ਕਰੋ ਜੀ। ਸਰ ਮੇਰਾ ਕੁਐਸਚਨ ਸੀਗਾ ਮਨਦੀਪ ਕੁਮਾਰ ਜੀ, ਆਪਣਾ ਪਹਿਲਾਂ ਮਾਈਕ ਬੰਦ ਕਰੋ। ਤੁਸੀਂ ਕਿੱਧਰ ਲੱਗੇ ਹੋ? ਹਾਂਜੀ ਸਰ, ਕੈਰੀ ਆਨ। ਹਾਂਜੀ ਸਰ, ਕੈਰੀ ਆਨ। ਹਾਂਜੀ ਸਰ, ਮਨਦੀਪ DDO ਤੋਂ ਗੱਲ ਕਰ ਰਿਹਾ ਹਾਂ ਜੀ। ਹਾਂਜੀ ਸਰ, DDO ਜਲੰਧਰ ਤੋਂ ਗੱਲ ਕਰ ਰਿਹਾ ਸਰ ਮਨਦੀਪ। ਸਰ ਜਿਹੜਾ ਰੋਲ E-ਸਾਈਨਰ ਵਾਲਾ ਹੈ ਨਾ, ਜਿੱਦਾਂ ਗ੍ਰੀਨ ਟੈਪ ਹੁੰਦਾ ਨਾ ਜੀ, ਜੋ ਡੀਲਿੰਗ ਰੈਟ ਤੋਂ ਲੈ ਕੇ ਅੱਗੇ ਜਿੱਦਾਂ ਅਕਾਊਂਟ ਬ੍ਰਾਂਚ ਚੋਂ ਅਕਾਊਂਟੈਂਟ ਸਾਹਿਬ ਨੇ ਨੋਟਿੰਗ ਬੋਰਡ ਆਪ ਕਰਨੀ, ਕੋਈ ਬਿੱਲ ਪਾਸ ਕਰਾਉਣਾ, ਉਹਨਾਂ ਵੱਲੋਂ ਵੀ ਨੋਟਿੰਗ ਤੇ ਸਾਈਨ ਹੁੰਦੇ ਆ। ਫਿਰ ਤੋਂ ਅੱਗੇ ਸੁਪਰਡੈਂਟ ਸਾਹਿਬ ਨੂੰ ਜਾਂ ਹੈਡ ਕਲਰਕ ਸਾਹਿਬ ਨੂੰ ਦਿੰਦੇ ਆ, ਉਹਨਾਂ ਵੱਲੋਂ ਨੋਟਿੰਗ ਤੇ ਵੀ ਸਾਈਨ ਹੁੰਦੇ ਆ। ਫਿਰ ਅੱਗੇ ਨੋਟਿੰਗ ਮੇਰਾ ਉਹ ਸੀਗਾ ਕਿ ਹੈਡ ਤੇ ਆਪਾਂ E-ਸਾਈਨਰ ਦਾ ਰੋਲ ਦੇ ਰਹੇ ਹਾਂ। ਨਹੀਂ ਸਰ, ਮੈਂ ਦੱਸਣਾ ਤੁਹਾਨੂੰ, ਇਹ E-ਸਾਈਨਰ ਦੇ ਸਾਈਨ ਉੱਥੇ ਆਣੇ ਜਦੋਂ ਡਰਾਫਟ ਨਹੀਂ ਆਪਾਂ ਅਪਰੂਵ ਕਰਦੇ ਤਾਂ ਹੈਸ਼ਟੈਗ ਯੂਜ਼ ਕਰਦੇ ਆ। ਜਿੱਦਾਂ ਕੋਈ ਹਦਾਇਤਾਂ ਬਣ ਗਈਆਂ, ਸਪੋਜ਼ ਕਰੋ CRC ਬ੍ਰਾਂਚ ਵੱਲੋਂ, ਦੈਨ CRC ਬ੍ਰਾਂਚ ਡਾਇਰੈਕਟ ਆਈ ਥਿੰਕ SSP ਸਾਹਿਬ ਦੇ ਸਾਈਨ ਹੁੰਦੇ ਆ, ਜਿੱਥੇ SSP ਸਾਹਿਬ ਸਾਈਨ ਕਰ ਸਕਦੇ ਆ, ਮਤਲਬ ਉਹ ਚੀਜ਼ ਨੂੰ ਕਰਨਾ। ਮੈਂ ਤੁਹਾਨੂੰ ਦੱਸਣਾ ਸਾਰੇ ਕਾਈਂਡਲੀ ਸਾਰੇ ਧਿਆਨ ਨਾਲ ਸੁਣੋ। ਮੈਂ ਦੱਸਣਾ ਤੁਹਾਨੂੰ ਕਿੱਥੇ ਹੋਣਾ E-ਸਾਈਨ ਤੇ ਕਿੱਥੇ ਪਾਣੀ ਹੈ। ਜਦੋਂ ਸਾਡਾ ਡਰਾਫਟ ਬਣਦਾ ਨਾ, ਡਰਾਫਟ ਹੁੰਦਾ, ਡਰਾਫਟ ਅਪਰੂਵ ਹੁੰਦਾ ਨਾ, ਡਰਾਫਟ ਅਪਰੂਵਲ ਤੇ ਲੋੜ ਪੈਣੀ ਇਹਦੀ, ਹੋਰ ਕਿਤੇ ਨਹੀਂ ਸਾਈਨ ਹੋਣੇ। ਜਿੱਦਾਂ ਤੁਹਾਡੀ ਸਭ ਦਾ ਪਹਿਲਾ ਕੁਐਸਚਨ ਸੀ ਕਿ ਜਿਹੜਾ ਹਰੀ ਨੋਟਿੰਗ ਤੇ ਚੱਲਦੀ ਹੈ, ਗ੍ਰੀਨ ਨੋਟਿੰਗ ਚੱਲਦੀ ਹੈ, ਉਹਦੇ ਤੇ ਬਲਕਿ ਹਰ ਕਿਤੇ ਸਾਈਨ ਹੁੰਦੇ, ਉਹ ਤਾਂ ਐਜ਼ ਇਟ ਇਜ਼ ਹੀ ਜਾਣੇ ਆ। ਜਦੋਂ ਆਪਾਂ ਡਰਾਫਟ ਅਪਰੂਵਲ ਲੈਣੀ ਹੈ, ਡਰਾਫਟ ਨੂੰ ਅਪਰੂਵ ਕਰਦੇ ਨਾ, ਜਿਹੜਾ ਬੰਦਾ ਡਰਾਫਟ ਨੂੰ ਅਪਰੂਵ ਕਰਨਗੇ ਉਹਦੇ E-ਸਾਈਨਰ ਦੇ ਸਾਈਨ ਆਪਣੇ ਆਪ ਜਿਹੜੇ ਉਹਦੇ ਸਾਈਨ ਹੋਣਗੇ, ਉੱਥੇ ਜਿੱਥੇ ਉਹਦੀ ਮੋਹਰ ਬਣੀ ਹੋਏਗੀ ਉੱਥੇ ਹੋ ਜਾਣ। ਇਹ ਸਿਰਫ ਡਰਾਫਟ ਮਤਲਬ ਸਿਰਫ ਸਰ SSP ਸਾਹਿਬ ਦੇ SP ਹੈੱਡਕੁਆਟਰ ਸਾਹਿਬ ਜਿਹੜੀਆਂ ਸਾਡੀਆਂ ਸਾਈਨਿੰਗ ਅਥਾਰਟੀਜ਼ ਹਨ। ਹਾਂ, ਜਿੱਥੇ ਜਿਹੜਾ ਵੀ ਡਰਾਫਟ SP ਹੈੱਡਕੁਆਟਰ ਸਾਹਿਬ ਦੇ ਅੰਡਰ ਹੈ ਜਾਂ ਡਾਇਰੈਕਟ SSP ਸਾਹਿਬ ਦੇ ਹੀ ਸਾਈਨ ਹੁੰਦੇ ਨੇ ਕਈ ਕਾਗਜ਼ਾਂ ਤੇ, ਤਾਂ ਸਿਰਫ ਉਹਨਾਂ ਨੂੰ E-ਸਾਈਨਿੰਗ ਦੀ ਅਥਾਰਟੀ ਦੇਣੀ ਹੈ ਇੱਥੇ। ਹਾਂ, ਮੇਰੀ ਗੱਲ ਕਹਿੰਦਾ ਬਲਕਿ ਜਿਹੜਾ ਤੁਹਾਡਾ ਡਰਾਫਟ ਅਪਰੂਵ ਕਰਦਾ ਨਾ, ਜਿਹੜਾ ਬੰਦਾ ਵੀ ਡਰਾਫਟ ਕਰਦਾ, ਉਸ ਬੰਦੇ ਨੂੰ ਆਪਾਂ E-ਸਾਈਨਰ ਦੇ ਸਕਦੇ ਹਾਂ। ਹਜੇ ਚੱਲਿਆ ਨਹੀਂ ਹੈ, ਹਜੇ ਦੇਣ ਦੀ ਲੋੜ ਨਹੀਂ ਹੈ। ਜੇ ਇਹਦੇ ਫਿਊਚਰ ਚੱਲਦਾ ਤਾਂ ਫਿਰ ਦੇਣਾ। ਓਕੇ ਸਰ, ਮੇਰੀ ਵੀ ਗੱਲ ਕਰ ਰਿਹਾ ਜੀ। ਸਰ ਜਿਹੜੀ ਅਸੀਂ EOV ਟ੍ਰੇਨਿੰਗ ਤੋਂ ਆਪਾਂ ਕਰਦੇ ਆ ਨੋਟਿੰਗ ਬੁੱਕ ਐਪ, ਉੱਥੇ ਡਿਜੀਟਲ ਸਿਗਨੇਚਰ ਨੂੰ ਸਪੋਰਟ ਕਰਦੀ ਆ। ਹਾਂਜੀ, ਆਪਣੀ ਗ੍ਰੀਨ ਨੋਟਿੰਗ
ਤਾਂ ਹਾਂਜੀ। ਮੈਂ YouTube ਤੇ ਵੀ ਵੀਡੀਓ ਚੈੱਕ ਕੀਤੀਆਂ ਹੋਈਆਂ, ਜਦੋਂ ਇੱਕ ਹੈਡ ਤੋਂ ਦੂਸਰੇ ਹੈਡ ਤੇ ਨੋਟ ਜਾਂਦਾ ਨਾ ਜੀ, ਤਾਂ ਉਹ ਹਾਂਜੀ। ਜਿਹੜਾ ਨੋਟ ਬਣਦਾ ਹੈ ਇੱਕ ਹੈਡ ਤੋਂ ਪਹਿਲਾਂ, ਉੱਥੇ ਹਾਂਜੀ। ਡਿਜੀਟਲ ਸਿਗਨੇਚਰ ਹੁੰਦੇ ਆ ਉਸ ਬੰਦੇ ਦੇ। ਹਾਂਜੀ ਸਰ, ਇਹਨਾਂ ਫੀਚਰਸ ਸਾਡੇ ਵਾਲੇ ਤੇ ਨਹੀਂ ਚੱਲਿਆ ਜੇ, ਆਪਾਂ ਸਾਰੀ ਤੁਹਾਨੂੰ ਉਹਦੀ ਜਾਣਕਾਰੀ ਦਵਾਂਗੇ। ਸਾਡੇ ਤੇ ਇੱਥੇ ਵਿਊਸ ਹੋਣ ਦੀ ਲੋੜ ਨਹੀਂ, ਇਹ ਜੇ ਤੁਹਾਨੂੰ ਚੱਲੇਗਾ ਨਾ ਆਪਾਂ ਉਦੋਂ ਦੇਣਾ, ਅਜੇ ਆਪਣਾ ਇੱਧਰ ਚੱਲਿਆ ਨਹੀਂ, ਠੀਕ ਹੈ। ਉਹ ਪਾਵਰ ਲੈਣੀ ਪੈਂਦੀ ਹੈ, ਤੁਸੀਂ ਗ੍ਰੀਨ ਨੋਟਿੰਗ ਤੇ ਚਲਾਉਣਾ ਹੈ, ਉਹ ਡਰਾਫਟ ਅਪਰੂਵਲ ਤੇ ਜਾਣਾ, ਕਿੱਥੇ ਚਲਾਉਣਾ, ਠੀਕ ਹੈ ਜੀ। ਜੇ ਫਿਊਚਰ ਸਾਡਾ ਚੱਲੇਗਾ ਨਾ ਤਾਂ ਆਪਾਂ ਤੁਹਾਨੂੰ ਉਹਦੀ ਜਾਣਕਾਰੀ ਦੇ ਦਾਂਗੇ, ਹਜੇ ਚੱਲਿਆ ਨਹੀਂ, ਠੀਕ ਹੈ ਜੀ। ਠੀਕ ਹੈ, ਇਹ ਸਾਰੇ ਸਾਡੇ ਕੇ ਜਿਹੜੇ ਆਪਾਂ ਦੇਣੇ ਆ, ਠੀਕ ਹੈ ਜੀ। ਜਿਹੜੇ ਆਪਾਂ ਰੋਲ ਦੇਣੇ ਆ, ਠੀਕ ਹੈ। ਇੱਕ ਆ ਰੋਲ ਅਪਰੂਵਲ ਦੇਣਾ ਸਾਰਿਆਂ ਨੂੰ, ਇੱਕ ਆ ਰੋਲ ਅਪਰੂਵਲ ਸਾਰਿਆਂ ਨੂੰ ਦੇਣਾ ਜ਼ਰੂਰ, ਇਹ ਰਹਿ ਗਿਆ, ਠੀਕ ਹੈ। ਮੈਂ ਦੱਸ ਦਿੰਦਾ ਇਹਨਾਂ ਦਾ ਮੁਸ਼ਕਿਲ ਕੀ, ਇਹਨਾਂ ਦਾ ਮਤਲਬ ਕੀ ਹੈਗਾ ਸਾਰਿਆਂ ਦਾ। ਜਿਹੜਾ ਰੋਲ CR ਨੂੰ ਦਿੱਤਾ ਸੀ ਆਪਾਂ ਸਭ ਤੋਂ ਪਹਿਲਾਂ, ਠੀਕ ਹੈ, ਉਹ ਦੇਣਾ ਡੈਰੀ ਤੇ ਡਿਸਪੈਚਰ ਨੂੰ, ਉਹਦੇ ਵਿੱਚ ਇਕੱਲੀ ਡੈਰੀ ਦੀ ਪ੍ਰੋਸੈਸ ਹੀ ਹੋਣੀ ਹੈ, ਡੈਰੀ ਤੇ ਡਿਸਪੈਚਰ ਦੀ, ਠੀਕ ਹੈ। ਉਸ ਤੋਂ ਬਾਅਦ ਡੀਲਿੰਗ ਹੈਂਡ ਆਉਂਦੇ ਸੀ, ਉਹਨਾਂ ਨੂੰ ਮੈਂ ਕਿਹਾ ਸੀ ਇਹ ਦੋ ਦੇਣੇ ਨੇ, ਆਫਿਸਰ, ਰੋਲ ਆਫਿਸਰ, ਰੋਲ ਕਲੋਜ਼ਿੰਗ ਤੇ ਅਪਰੂਵਲ, ਠੀਕ ਹੈ। ਇਹਨਾਂ ਕਿਹਦਾ ਕੰਮ ਜਦੋਂ ਕਲੋਜ਼ਿੰਗ ਕਰਦੇ ਆ ਨਾ, ਕਲੋਜ਼ਿੰਗ ਦੀ ਜਿਹੜੀ ਅਪਰੂਵਲ ਆਉਂਦੀ ਹੈ, ਉਹਨਾਂ ਅਪਰੂਵਲ ਦਾ ਉਹ ਹੈ ਕਿ ਜਿੱਦਾਂ ਅਸੀਂ ਮੰਨ ਲਓ ਕਿ ਇਹਨੇ ਰਿਕੁਐਸਟ ਪਾਈ ਕਲੋਜ਼ਿੰਗ ਦੀ, ਤੇ ਉਸ ਤੋਂ ਬਾਅਦ ਸੁਪਰਡੈਂਟ ਕੋਲ ਚੱਲ ਗਈ, ਸੁਪਰਡੈਂਟ ਨੇ ਵੇਖਣੀ, ਅਪਰੂਵ ਕਰਨੀ ਆ, ਫੇਰ ਆਉਣੀ ਆ। ਹੁਣ ਕਿ ਆਪਾਂ ਉਹ ਖੁਦ ਹੀ ਬੰਦਾ ਦੇ ਕੇ ਖੁਦ ਹੀ ਮਤਲਬ ਕਿ ਇਹਨੂੰ ਅਪਰੂਵ ਕਰ ਸਕਦਾ ਹੈ, ਤਾਂ ਉਹਨੂੰ ਰੋਲ ਅਪਰੂਵਲ ਦੇਣਾ, ਠੀਕ ਹੈ ਜੀ। ਉਸ ਤੋਂ ਬਾਅਦ ਡਰਾਫਟ ਅਪਰੂਵਲ ਹੈ। ਡਰਾਫਟ ਅਪਰੂਵਲ ਹੋਇਆ ਕਿ ਜਿੱਦਾਂ ਮਤਲਬ ਕਿ ਜਿਹੜਾ ਆਪਾਂ ਜਿਹੜਾ ਖਰੜਾ ਤਿਆਰ ਕਰਦੇ ਹਾਂ ਨਾਲ ਆਪਣੀ PUC ਦੇ ਨਾਲ ਨੋਟਿੰਗ ਲਾ ਕੇ, ਜਿਹੜਾ ਖਰੜਾ ਆਪਾਂ ਬਾਅਦ ਜਿਹਨੂੰ ਆਪਾਂ ਚਿੱਠੀ ਲਿਖਦੇ ਹਾਂ, ਠੀਕ ਹੈ, ਜਿਹੜੀ ਚਿੱਠੀ ਤਿਆਰ ਕਰਦੇ ਹਾਂ ਆਪਾਂ, ਉਹਦੇ ਵਾਸਤੇ ਡਰਾਫਟ ਅਪਰੂਵਲ ਹੁੰਦਾ ਹੈ। ਇਹ ਕਿਹਨੂੰ ਦੇਈਦਾ ਹੈ? ਜਿਹੜਾ ਸੁਪਰਡੈਂਟ ਤੋਂ ਅਬਵ, ਠੀਕ ਹੈ, ਹੈਡ ਤੋਂ ਅਬਵ ਸਾਰਿਆਂ ਨੂੰ ਦੇਈਦਾ, ਜਿਹੜੇ ਹੈਡ ਤੋਂ ਉੱਤੇ ਹੁੰਦੇ ਆ, ਕਿਉਂਕਿ ਜਾਂ ਤਾਂ ਸੁਪਰਡੈਂਟ ਨੂੰ ਅਪਰੂਵ ਕਰੇਗਾ, ਜਾਂ DSP ਜਾਂ SP ਜਾਂ ਠੀਕ ਹੈ AIG ਜਾਂ ਦੱਸ, ਠੀਕ ਹੈ, ਅਪਰੂਵ। ਇਹ ਸਾਈਡ ਦਾ ਚੱਲਿਆ ਨਹੀਂ, ਜੋ ਚੱਲੇਗਾ ਆਪਾਂ ਸਾਰਿਆਂ ਨੂੰ ਦੇ ਦੇਣਾ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆ ਜਾਂਦਾ MICR ਕੋਡ, ਜਿਹੜੇ ਆ ਹੈਡ ਤੋਂ ਅਬਵ, ਜਿਹੜੇ ਵੀ ਹੈਡ ਨੇ, ਇੰਚਾਰਜ ਨੇ, ਉਹਨਾਂ ਤੋਂ ਅਬਵ ਜਿੰਨੀ ਵੀ ਪੋਸਟ ਹੈਗੀ ਜਾਂ ਹੈਡ ਨੇ, ਉਹਨਾਂ ਸਾਰਿਆਂ ਨੂੰ ਦੇਣਾ ਕਿ ਉਹ ਆਪਣੇ ਅੰਡਰ ਜਿਹੜੇ ਵੀ ਸਬੋਰਡੀਨੇਟ ਹੈ ਉਹਨਾਂ ਦੀ ਫਾਈਲਾਂ ਮੈਂ ਸਟੇਟਸ ਦੇ ਸਕਦੇ, ਕਿੱਥੇ ਪੈਂਡਿੰਗ ਪਈ ਹੈ, ਕਿੱਥੇ ਗਈ ਹੈ ਫਾਈਲ, ਇਹ ਸਭ, ਠੀਕ ਹੈ ਜੀ।